आद निरंजन है गुरु नानक, धार के मूरत है जग आयो। लोक सुनियो परलोक सुनियो, बिद लोक सुनियो सब दर्शन पायो। संगत पार्यो तारन को, गुरु नानक साहिब पंथ चलायो। वाहिगुरु श्री गुरु नानक साहिब, धार के मूरत है जग आयो। आद करूं गुरुदेव को बंदन, वाहिगुरु मुख माहे उचारी। दोए कर जोर करूं चरणों पर, जाऊं सदा गुर को बलिहारी। कान सुने उपमा गुर की, गुर मूरत ध्यान हृदय में धारी। वाहिगुरु श्री गुरु नानक साहिब, सेवक सारण गही दरबारी। डंडौत बंदन अनक बार, सर्व कला समरथ। डोलन ते राखो प्रभु, नानक दे कर हथ। ज्ञान अंजन गुर दिया, अज्ञान अंधेर बनास। हर कृपा ते संत भेटिया, नानक मन परगास। मूक चिरै शास्त्र खाट, पिंग गिरन चढ़ जाए। अंध लखै बदरो सुनै, जो काल कृपा कराए। सतनाम श्री वाहिगुरु जी। टोडी महला पंजवा, घर पहला दो पदे। एक ओंकार सतगुर प्रसाद। संतन अवर ना काहू जानी, बेपरवाह सदा रंग हर कै। जाको पाख सुवामी, संतन अवर ना काहू जानी। बेपरवाह सदा रंग हर कै। जाको पाख सुवामी। रहाओ ऊच समाना ठाकुर तेरो, अवर ना काहू तानी। ऐसो अमर मिलियो भगतन का, राज रहे रंग ज्ञानी। रोग सोग दुख जरा मरा, हर जन है नहीं निकटानी। निरभाव होए रहे लिव एक, नानक हर मन मानी। रोग सोग दुख जरा मरा, हर जन है नहीं निकटानी। निरभाव होए रहे लिव एक, नानक हर मन मानी। वाहिगुरु जी का खालसा, वाहिगुरु जी की फतेह। भगत वत्सल करना निधान, दीना बंधु पतत पावन। जगत गुरु निरंजनी जोत, धन धन साहिब श्री गुरु नानक देव जी महाराज।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਮੂਹ ਸੰਗਤ ਪ੍ਰਬੰਧਕਾਂ ਦੇ ਸੱਚੇ ਉਦਮ ਸਦਕਾ ਅਤੇ ਆਪ ਜੀ ਦੇ ਸਹਿਯੋਗ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾਗਦੀ ਗੁਰਪੁਰਬ ਦੇ ਸੰਬੰਧ ਵਿੱਚ ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਵਾਲਾ ਜੋ ਗੁਰਪੁਰਬ ਹੈ, ਇਹਨੂੰ ਮੁੱਖ ਰੱਖ ਕੇ ਔਰ ਸੰਤ ਬਾਬਾ ਜਵਾਲਾ ਸਿੰਘ ਜੀ ਹਰਪੁਰਵਾਲ ਵਾਲੇ ਮਹਾਂਪੁਰਖ ਉਹਨਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਬੜੇ ਪਿਆਰ ਸਤਿਕਾਰ ਦੇ ਸਹਿਤ ਸਾਰੇ ਸਮਾਗਮ ਬੜੀ ਸ਼ਰਧਾ ਔਰ ਭਗਤੀ ਦੇ ਨਾਲ ਕਰ ਰਹੇ ਹੋ। ਹੁਣ ਗਿਆਨੀ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗਦੀ ਔਰ ਗੁਰੂ ਮਹਾਰਾਜ ਨੇ ਕਿਸ ਤਰ੍ਹਾਂ ਸਿਧਾਂਤ ਸੰਸਾਰ ਨੂੰ ਬਖਸ਼ਿਸ਼ ਕੀਤਾ ਔਰ ਸ਼ਬਦ ਨੂੰ ਮਹਾਨਤਾ ਪ੍ਰਦਾਨ ਕੀਤੀ ਔਰ ਖਾਲਸੇ ਤੇ ਬਖਸ਼ਾਂ ਕੀਤੀਆਂ। ਅੱਜ ਵੀ ਜਿਹੜੇ ਸਿਆਣੇ ਪੁਰਸ਼ ਹੈ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਧਾਂਤ ਨੂੰ ਮੰਨ ਰਹੇ ਹਨ ਅਤੇ ਉਹਨਾਂ ਦੇ ਮਨ ਵਿੱਚ ਬੜੀ ਸ਼ਰਧਾ ਭਗਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਗੁਰਸਿੱਖ ਹੋਣ ਦਾ ਮਾਣ ਬਖਸ਼ਿਸ਼ ਕੀਤਾ ਹੈ। ਜਿਹੜੇ ਮਾਈ ਭਾਈ ਸਤਿਗੁਰੂ ਜੀ ਦੀ ਚਲਾਈ ਹੋਈ ਪਰੰਪਰਾ ਨੂੰ ਮੁੱਖ ਰੱਖ ਕੇ ਖੰਡੇ ਵਟ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹਦੇ ਹਨ, ਸਤਿਗੁਰੂ ਜੀ ਵੱਲੋਂ ਉਹਨਾਂ ਨੂੰ ਮਹਾਨ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਅੱਜ ਜਦੋਂ ਅਸੀਂ ਪੁਰਾਤਨ ਗੁਰਸਿੱਖਾਂ ਦੇ ਜੀਵਨ ਨੂੰ ਵਿਚਾਰ ਕੇ ਦੇਖਦੇ ਹਾਂ, ਜੇ ਉਹਨਾਂ ਦੇ ਅੰਦਰ ਮਹਾਨ ਕਾਰਨਾਮੇ ਕਰਨ ਦੀ ਸ਼ਕਤੀ ਆਈ ਹੈ, ਉਹ ਬਾਣੀ ਬਾਣਾ ਖੰਡੇ ਦਾ ਅੰਮ੍ਰਿਤ ਨਿਤਨੇਮ ਸਿਮਰਨ ਸੇਵਾ ਦੇ ਬਲ ਨਾਲ ਔਰ ਗੁਰੂ ਮਹਾਰਾਜ ਦੇ ਸਿਧਾਂਤਾਂ ਤੇ ਮਰਜ਼ਾਦਾ ਵਿੱਚ ਚੱਲਣ ਨਾਲ ਇਹ ਸਾਰੀਆਂ ਬਖਸ਼ਿਸ਼ਾਂ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਈਆਂ ਹਨ। ਅੱਜ ਵੀ ਸਤਿਗੁਰੂ ਜੀ ਦੀ ਸਮਰੱਥਾ ਉਸੇ ਤਰ੍ਹਾਂ ਕਾਰਜ ਕਰਦੀ ਹੈ। ਜੇ ਅਸੀਂ ਪੁਰਾਤਨ ਗੁਰਸਿੱਖਾਂ ਲਈ ਸ਼ਰਧਾ ਭਗਤੀ ਧਾਰ ਕੇ ਸਤਿਗੁਰੂ ਜੀ ਦੇ ਬਚਨਾਂ 'ਤੇ ਪਹਿਰਾ ਦੇਈਏ, ਅਮਲ ਕਰੀਏ ਅਤੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਵੀ ਉਹਨਾਂ ਗੁਰਸਿੱਖਾਂ ਲਈ ਪਵਿੱਤਰ ਪਦਵੀ ਪਵਿੱਤਰ ਬਰਕਤਾਂ ਜਿਹੜੀਆਂ ਹਨ ਉਹ ਬਖਸ਼ਿਸ਼ ਕਰਨਗੇ ਅਤੇ ਬੜੇ ਪ੍ਰਸੰਨ ਹੋਣਗੇ। ਸੋ ਸ਼ਬਦ ਦੀ ਜਿਹੜੀ ਮਹਾਨਤਾ ਹੈ ਇਹ ਸੰਸਾਰ ਦੇ ਉੱਤੇ ਪ੍ਰਗਟ ਹੈ, ਕਿਉਂਕਿ ਜਿਹੜਾ ਸਰੀਰ ਹੈ ਇਹ ਆਉਣ ਜਾਣ ਵਾਲਾ ਹੈ। ਰਾਮ ਗਇਓ ਰਾਵਣ ਗਇਓ ਜਾ ਕੋ ਬਖ ਪਰਵਾਰ, ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਜਿਹੜਾ ਗੁਰੂ ਮਹਾਰਾਜ ਦਾ ਉਪਦੇਸ਼ ਹੈ, ਸ਼ਬਦ ਹੈ, ਬਾਣੀ ਹੈ, ਇਹਦੀ ਬੜੀ ਲੰਮੀ ਹਯਾਤੀ ਹੈ। ਮਹਾਂਪੁਰਖ ਦੁਨੀਆ ਤੇ ਆਏ ਹੈ, ਜਦੋਂ ਤੱਕ ਸਰੀਰ ਕਰਕੇ ਰਹੇ ਉਦੋਂ ਉਹ ਆਪਣੀ ਪਵਿੱਤਰ ਉਪਦੇਸ਼ ਸੰਗਤਾਂ ਦੀ ਕਲਿਆਣ ਵਾਸਤੇ ਬਖਸ਼ਿਸ਼ ਕਰਦੇ ਰਹੇ। ਅਗਾਹਾਂ ਵਾਸਤੇ ਸੰਗਤ ਦੇ ਭਲੇ ਲਈ ਉਹਨਾਂ ਨੇ ਬਾਣੀ ਜਿਹੜੀ ਆਚਾਰੀ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦੇ ਕੇ ਸਦਾ ਵਾਸਤੇ ਇਸ ਸਿਧਾਂਤ ਦੇ ਉੱਤੇ ਚੱਲਣ ਦੀ ਆਗਿਆ ਕੀਤੀ ਹੈ।
ਜੇ ਗੁਰੂ ਮਹਾਰਾਜ ਸਰਗੁਣ ਸਰੂਪ ਕਰਕੇ ਹਾਜ਼ਰ ਹੈ, ਉਦੋਂ ਵੀ ਜਿਹੜਾ ਉਹਨਾਂ ਦਾ ਉਪਦੇਸ਼ ਬਾਣੀ ਹੈ, ਹੁਕਮ ਹੈ, ਇਹਨੂੰ ਮੰਨਣ ਦੇ ਨਾਲ ਹੀ ਗੁਰਮੁਖ ਗੁਰਸਿੱਖੀ ਪ੍ਰਾਪਤ ਹੋਣੀ ਹੈ। ਅਤੇ ਜੇ ਅਸੀਂ ਸਤਿਗੁਰੂ ਜੀ ਨੂੰ ਸਾਖੀ ਜਾਣ ਕੇ ਉਹਨਾਂ ਦੇ ਉਪਦੇਸ਼ਾਂ 'ਤੇ ਅੱਜ ਵੀ ਅਮਲ ਕਰਾਂਗੇ, ਅਤੇ ਫਿਰ ਵੀ ਮਹਾਰਾਜ ਦੀ ਜਿਹੜੀ ਬਰਕਤ ਹੈ ਉਹ ਪ੍ਰਾਪਤ ਹੁੰਦੀ ਹੈ। ਕਿਉਂਕਿ ਜਿਹੜਾ ਸ਼ਬਦ ਹੈ, ਇਹਦੇ ਪਿੱਛੇ ਵੀ ਕੋਈ ਸ਼ਕਤੀ ਜਿਹੜੀ ਹੈ ਕੰਮ ਕਰਦੀ ਹੈ। ਜਦੋਂ ਅਸੀਂ ਮੂਲ ਮੰਤਰ ਜਾਂ ਗੁਰੂ ਮੰਤਰ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਜਦੋਂ ਸਾਡਾ ਹਿਰਦਾ ਸ਼ੁੱਧ ਹੋ ਜਾਂਦਾ, ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਜੀ ਸਾਨੂੰ ਫਿਰ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਵੀ ਬਖਸ਼ਿਸ਼ ਕਰਦੇ ਹੈ, ਕਿਉਂਕਿ ਉਹਨਾਂ ਨੇ ਸਰਗੁਣ ਸਰੂਪ ਧਾਰ ਕੇ ਇਹ ਬਾਣੀ ਦੀ ਦਾਤ ਸਾਨੂੰ ਬਖਸ਼ੀ ਹੈ, ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਪੰਜਾਂ ਕਕਾਰਾਂ ਦੀ ਗੁਰਸਿੱਖੀ ਦੀ ਦਾਤ ਬਖਸ਼ੀ ਹੈ, ਪਵਿੱਤਰ ਗੁਰਧਾਮਾਂ ਦੀ ਦਾਤ ਵੀ ਉਹਨਾਂ ਨੇ, ਔਰ ਸਰੋਵਰਾਂ ਦੀ ਸੰਗਤ ਪੰਗਤ ਕਥਾ ਕੀਰਤਨ ਦੀ, ਹੋਰ ਜਿੰਨੀਆਂ ਵੀ ਦਾਤਾਂ ਬਖਸ਼ੀਆਂ ਹੈ ਤਾਂ ਉਹਨਾਂ ਦਾ ਨਿਰਗੁਣ ਸਰੂਪ ਵੀ ਹੈ। ਪਰ ਸਰਗੁਣ ਸਰੂਪ ਧਾਰ ਕੇ ਇਹ ਸਾਰੀਆਂ ਜਿਹੜੀਆਂ ਦਾਤਾਂ ਹਨ, ਇਹ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਬਖਸ਼ਿਸ਼ ਕੀਤੀਆਂ ਹਨ। ਕਿਉਂਕਿ ਉਹਦੇ ਨਿਰਗੁਣ ਸਰੂਪ ਵੀ ਹੈ, ਸਰਗੁਣ ਵੀ ਹੈ, ਸ਼ਬਦ ਵੀ ਹੈ, ਸ਼ਬਦ ਨਾਲ ਜੁੜੀ ਹੋਈ ਸੰਗਤ ਵੀ ਹੈ, ਪੰਜ ਪਿਆਰੇ। ਜੇ ਵਿਰਾਟ ਰੂਪ ਵਿੱਚ ਦੇਖੀਏ, ਇਹ ਜੋ ਕੁਝ ਦਿਸਦਾ ਅਣਦਿਸਦਾ, ਇਹ ਸਾਰਾ ਕੁਝ ਉਸੇ ਦਾ ਰੂਪ ਹੈ। ਉਸ ਤੋਂ ਭਿੰਨ ਤਾਂ ਕੋਈ ਚੀਜ਼ ਹੈ ਹੀ ਨਹੀਂ, ਕਿਉਂਕਿ ਆਤਮਾ ਸੱਤਾ ਕਰਕੇ ਇਹ ਸਾਰੀ ਚੀਜ਼ ਜਿਹੜੀ ਹੈ ਚੱਲ ਰਹੀ ਹੈ। ਅਤੇ ਜਦੋਂ ਤੱਕ ਇਨਸਾਨ ਦੀ ਬਿਰਤੀ ਇਸ ਦ੍ਰਿਸ਼ਟੀ ਵਾਲੀ ਨਹੀਂ ਬਣਦੀ, ਉਹਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਪੱਖਵਾਦ ਵਿੱਚ ਕਹਿ ਕੇ ਵਾਦ ਵਿਵਾਦ ਵਿੱਚ ਮਨ ਜਿਹੜਾ ਚੰਚਲ ਔਰ ਵਿਕਾਰੀ ਹੁੰਦਾ, ਮਨ ਦੇ ਅੰਦਰ ਟਿਕਾ ਇਹ ਅਵਸਥਾ ਸਾਧ ਸੰਗਤ ਜੀ ਪ੍ਰਾਪਤ ਨਹੀਂ ਹੁੰਦੀਆਂ। ਸਤਿਗੁਰੂ ਜੀ ਦਾ ਜਿਹੜਾ ਸਿਧਾਂਤ ਹੈ ਉਹ ਬੜਾ ਅਦਵੈਤਵਾਦੀ, ਏਕਤਾਵਾਦੀ ਹੈ। ਇਸੇ ਕਰਕੇ ਉਹ ਹਰ ਤੀਰਥ, ਹਰ ਜਗ੍ਹਾ, ਹਰ ਜਾਤੀ, ਹਰ ਧਰਮ ਦੇ ਮਨੁੱਖ ਨੂੰ ਮਿਲੇ ਹੈ। ਉੱਥੇ ਜਾ ਕੇ ਉਹਨਾਂ ਨੇ, ਜੇ ਉਹਨਾਂ ਦੇ ਵਿੱਚ ਕੋਈ ਸਤਿਕਾਰ ਵਾਲੀਆਂ ਸ਼ਖਸੀਅਤਾਂ ਸੀ, ਉਹਨਾਂ ਨੂੰ ਮਾਣ ਵੀ ਦਿੱਤਾ। ਜੇ ਉਹਨਾਂ ਵਿੱਚ ਕੋਈ ਕਮਜ਼ੋਰੀ ਸੀ, ਉਹਦੀ ਨਿਵਰਤੀ ਕਰਕੇ ਉਹਨੂੰ ਸਹੀ ਮੰਜ਼ਿਲ ਵੱਲ ਵਧਣ ਦਾ, ਸਹੀ ਮੁਕਾਮ 'ਤੇ ਪਹੁੰਚਣ ਦਾ ਜਿਹੜਾ ਵਿਚਾਰ, ਇਕੱਲਾ ਵਿਚਾਰ ਨਹੀਂ ਦਿੱਤਾ, ਬਲਕਿ ਉਸ ਮੰਜ਼ਿਲ 'ਤੇ ਪਹੁੰਚਾਇਆ ਹੈ, ਉਸ ਸਥਿਤੀ ਨੂੰ ਬਖਸ਼ਿਸ਼ ਕੀਤਾ ਹੈ। ਇਸੇ ਕਰਕੇ ਸਤਿਗੁਰੂ ਜੀ ਦੀ ਅੱਜ ਜੋ ਵਡਿਆਈ ਹੈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਸਾਰੇ ਸੰਸਾਰ ਦੇ ਉੱਤੇ ਪ੍ਰਗਟ ਹੋ ਰਹੀ ਹੈ। ਇਹ ਠੀਕ ਹੈ, ਜੇ ਗਿਣਤੀ ਦੇ ਤੌਰ 'ਤੇ ਦੇਖਿਆ ਜਾਏ, ਈਸਾਈਆਂ ਦੀ ਬਹੁਤ ਵੱਡੀ ਗਿਣਤੀ ਹੈ, ਮੁਸਲਮਾਨਾਂ ਦੀ ਵੀ ਬਹੁਤ ਵੱਡੀ ਗਿਣਤੀ ਹੈ। ਪਰ ਜੇ ਅਸੂਲਨ ਕੋਈ ਚੀਜ਼ ਦੇਖੀ ਜਾਏ, ਇਸ ਚੀਜ਼ ਦੀ ਪਰਖ ਨਿਰਖ ਕੀਤੀ ਜਾਏ, ਆਪੇ ਖੰਡਾ ਤੋਲ ਤਰਾਜੀ, ਪ੍ਰਭ ਆਪੇ ਤੋਲ ਤਰਾਇਆ, ਆਪੇ ਸਾਹਿਬ ਆਪੇ ਬਣਜਾਰਾ, ਆਪੇ ਬਣਜ ਕਰਾਇਆ। ਤੇ ਫਿਰ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਡਿਆਈ ਜਿਹੜੀ ਹੈ, ਔਰ ਉਹਨਾਂ ਦਾ ਜਿਹੜਾ ਪ੍ਰਕਾਸ਼ ਹੈ, ਉਹਦੇ ਅੱਗੇ ਦੂਜਿਆਂ ਦੇ ਗਿਆਨ ਜਿਹੜੇ ਹੈ ਉਹ ਸਾਧ ਸੰਗਤ ਜੀ ਫਿਰ ਫਿੱਕੇ ਜਿਹੇ ਮੰਦਮ ਪੈ ਜਾਂਦੇ ਹੈ। ਕਿਉਂਕਿ ਹੁਣ ਪ੍ਰਾਇਮਰੀ ਦੇ ਵਿਦਿਆਰਥੀ ਦੇਖੀਏ ਤਾਂ ਬੜੀ ਭਾਰੀ ਗਿਣਤੀ ਹੁੰਦੀ ਹੈ, ਮਿਡਲ ਵਿੱਚ ਘੱਟ ਜਾਂਦੇ ਆ, ਹਾਈ ਕਲਾਸਾਂ 'ਚ ਹੋਰ ਘੱਟ ਜਾਂਦੇ। BA MA 'ਚ ਗਿਣਤੀ
PhD ਵਿੱਚ ਤੇ ਫਿਰ ਵਿਰਲੇ ਵੇਲੇ ਨਿਕਲਦੇ ਆ। ਇਹ ਜਿਹੜਾ ਮਹਾਰਾਜ ਦਾ ਗੁਰਮਤਿ ਸਿਧਾਂਤ ਹੈ, ਇਹ ਤਾਂ PhD ਦੀ ਪੜ੍ਹਾਈ ਵਾਂਗ ਬੜਾ ਮਹਾਨ ਹੈ। ਇਸ ਵਾਸਤੇ ਇਹ ਗੱਲ ਨਹੀਂ ਕਿ ਗਿਣਤੀ ਭਾਵੇਂ ਘੱਟ ਆ, ਪਰ ਜੇ ਕੌਮੀ ਤੌਰ 'ਤੇ ਬਰਕਤਾਂ ਦੇਖੀਏ, ਇਹ ਠੀਕ ਹੈ ਕਿ ਅਸੀਂ ਮਹਾਰਾਜ ਦੇ ਅਸੂਲਾਂ ਨਾਲੋਂ ਕਾਫੀ ਬਹੁਤ ਵਿਅਕਤੀ ਟੁੱਟ ਗਏ ਆ। ਉਹਦੇ ਕਾਰਨ ਸਾਡੇ ਵਿੱਚ ਕੁਝ ਕਮਜ਼ੋਰੀਆਂ ਵੀ ਆ ਚੁੱਕੀਆਂ, ਪਰ ਫਿਰ ਵੀ ਜੇ ਦੇਖਿਆ ਜਾਏ, ਕਲਯੁਗ ਦਾ ਪ੍ਰਭਾਵ ਇਹ ਨਹੀਂ ਕਿ ਇਕੱਲਾ ਸਿੱਖਾਂ 'ਤੇ ਹੈ, ਦੂਜੇ ਧਰਮਾਂ, ਜਾਤੀਆਂ, ਦੇਸ਼ਾਂ, ਕੌਮਾਂ 'ਤੇ ਵੀ ਹੈਗਾ। ਫਿਰ ਵੀ ਜੇ ਆਪਾਂ ਅਸੂਲਨ ਤੌਰ 'ਤੇ ਅਸਲੀਅਤ ਦੀ ਪੜਚੋਲ ਕਰੀਏ, ਹਾਲੇ ਵੀ ਸਿੱਖ ਧਰਮ ਵਿੱਚ ਬਰਕਤ ਕਾਫੀ ਹੈ। ਗੱਜ ਕੇ ਬੋਲੋ। ਜਿਨ੍ਹਾਂ ਦੇ ਥਾਂ ਨਿਸ਼ਾਨ ਝੁਲਦੇ ਆ, ਗੁਰੂ ਘਰ ਹੈ, ਲੰਗਰ ਚੱਲਦੇ ਆ, ਦੀਵਾਨ ਸਜਦੇ ਆ, ਔਰ ਕਥਾ ਕੀਰਤਨ ਹੁੰਦੇ ਆ, ਔਰ 500 ਸਾਲੇ, 400, 300 ਸਾਲੇ ਸ਼ਤਾਬਦੀਆਂ ਹਕੂਮਤਾਂ ਨੇ ਇਹਨਾਂ ਦੇ ਸਥਾਨ ਢਾਏ, ਔਰ ਇਹਨਾਂ ਨੂੰ ਮਹਾਰਾਜ ਨੇ ਇੰਨੀ ਬਰਕਤ ਦਿੱਤੀ। ਉਹਨਾਂ ਹਕੂਮਤਾਂ ਦੇ ਰਾਜ ਵੇਲੇ ਖਾਲਸਿਆਂ ਨੇ ਫੇਰ ਬਣਾ ਲਿਆ। ਚਾਹੇ ਪੁਰਾਣਾ ਇਤਿਹਾਸ ਪੜ੍ਹ ਲਓ, ਚਾਹੇ ਨਵੀਨ ਪੜ੍ਹ ਲਓ, ਤੇ ਜੇ ਉਹ ਪੁਰਾਣਾ ਦੇਖਿਆ ਜਾਏ ਤੇ ਰੋਜ਼ ਝਗੜੇ ਪੈ ਰਹੇ ਹੈ, ਜੇ ਕरेंगे वो करेंगे, ਹਾਲੇ ਤਾਂ ਕਰ ਨਹੀਂ ਸਕੇ। ਪਰ ਜਿਹੜੇ ਗੁਰੂ ਦੇ ਸਿੰਘ ਆ, ਇਹਨਾਂ ਨੂੰ ਮਹਾਰਾਜ ਨੇ ਬਹੁਤ ਬਖਸ਼ਿਸ਼ ਦਿੱਤੀ ਹੈ, ਬਰਕਤ ਦਿੱਤੀ ਹੈ, ਕਿਉਂਕਿ ਪ੍ਰਚਾਰ ਜਿਹੜਾ ਮਹਾਰਾਜ ਨੇ ਲੰਗਰਾਂ ਦੀ ਸੇਵਾ, ਗੁਰਧਾਮਾਂ ਦੀ ਕਾਰ ਸੇਵਾ, ਔਰ ਗੁਰਬਾਣੀ ਇਤਿਹਾਸ ਦਾ ਪ੍ਰਚਾਰ, ਸ਼ਸਤਰ ਅਸਤਰ ਦੀ ਭਗਤੀ, ਗਊ ਗਰੀਬ ਦੀ ਰੱਖਿਆ, ਦੁਖੀਆਂ ਪੀੜਤਾਂ ਦੀ ਮਦਦ ਸਹਾਇਤਾ, ਇਹ ਗਿਣਤੀ ਬੜੀ ਥੋੜ੍ਹੀ ਹੈ। ਕੌਮੀ ਤੌਰ 'ਤੇ ਦੁਨੀਆ ਵਿੱਚ ਕਹਿ ਦਿੰਦੇ ਆ ਕਿ ਆਟੇ 'ਚ ਲੂਣ ਹੈ, ਪਰ ਲੂਣ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਏ ਤਾਂ ਫਿਰ ਬਈ ਖਾਣਾ ਵੀ ਔਖਾ ਹੋ ਜਾਂਦਾ ਆਟਾ। ਇਹ ਸਾਧ ਸੰਗਤ ਜੀ ਸਿੰਘਾਂ ਦਾ, ਸ਼ੇਰਾਂ ਦਾ, ਯੋਧਿਆਂ, ਸੂਰਵੀਰਾਂ ਦਾ ਪੰਥ ਹੈ। ਭੇਡਾਂ ਦੀ ਗਿਣਤੀ ਬਹੁਤ ਹੈ, ਇੱਜੜ ਹੈਗੇ ਆ, ਸ਼ੇਰਾਂ ਦੇ ਇੱਜੜ ਤਾਂ ਕਿਸੇ ਨੇ ਦੇਖੇ ਨਹੀਂ। ਇਹ ਮਹਾਰਾਜ ਨੇ ਐਸਾ ਪੰਥ ਸਾਧ ਸੰਗਤ ਜੀ ਸਾਜਿਆ, ਇਹਦੇ ਵਿੱਚ ਸੂਰਵੀਰ ਦੇਖੇ ਜਾਣ, ਕੋਈ ਗਿਣਤੀ ਨਹੀਂ ਹੁੰਦੀ। ਦਾਨੀ ਸੱਜਣ, ਬ੍ਰਹਮ ਗਿਆਨੀ ਮਹਾਂਪੁਰਖ, ਉਹਨਾਂ ਮਹਾਂਪੁਰਖ ਬੰਦਗੀ ਵਾਲੇ, ਤਿਆਗੀ ਬਰਾਗੀ ਵਾਲੇ ਬੜੇ ਮਹਾਂਪੁਰਖ ਹੋ ਗੁਜ਼ਰੇ, ਔਰ ਪਰਉਪਕਾਰੀ ਔਰ ਬੜੀਆਂ ਸ਼ਖਸੀਅਤਾਂ ਇਸ ਪੰਥ ਵਿੱਚ ਪਿੱਛੇ ਵੀ ਹੁਣ ਤੇ ਅਗਾਹਾਂ ਵੀ ਇਹ ਖਤਮ ਨਹੀਂ ਹੋਣ ਵਾਲੇ, ਕਿਉਂਕਿ ਜਦੋਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ, ਉਦੋਂ ਤੱਕ ਇਹਨਾਂ ਨੂੰ ਕੋਈ ਖਤਮ ਕਰ ਨਹੀਂ ਸਕਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਇਹਨਾਂ ਸਾਰੇ ਗੁਰਸਿੱਖਾਂ ਨੂੰ ਮਹਾਨਤਾ ਦਿੱਤੀ ਹੈ। ਅੱਜ ਅਸੀਂ ਮਹਾਂਪੁਰਖਾਂ ਦੀ ਯਾਦ ਵੀ ਮਨਾ ਰਹੇ ਹਾਂ, ਜਿਨ੍ਹਾਂ ਨੇ ਗੁਰੂ ਘਰ ਤੋਂ ਬਖਸ਼ਿਸ਼ਾਂ ਲਈਆਂ। ਆਇਆ ਸਗਲ ਤਾਹੂ ਕੋ ਗਨੀਆਂ, ਜਾਸ ਰਸਨ ਹਰ ਹਰ ਜਸ ਭਨੀਆਂ। ਆਏ ਵਸਹਿ ਸਾਧੂ ਕੈ ਸੰਗੇ, ਆਨੰਦਨ ਨਾਮ ਧਿਆਵੈ ਰੰਗੇ। ਆਵਤ ਸੋ ਜਨ ਨਾਮ ਹੈ ਰਾਤਾ, ਜਾ ਕੋ ਦਇਆ ਮਿਆ ਬਦਾਤਾ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰਿ ਕੈ ਤਰਸ ਸਮਾਇਆ। ਇਹ ਉਹਨਾਂ ਮਹਾਂਪੁਰਖਾਂ ਦਾ ਜੀਵਨ, ਉਹਨਾਂ ਦਾ ਆਇਆ ਭਾਈ ਸਫਲ ਗਿਣਿਆ ਜਾਂਦਾ।
ਜਿਨ੍ਹਾਂ ਦੀ ਰਸਨਾ ਤੇ ਪਰਮੇਸ਼ਰ ਦੀ ਨਾਮ ਬਰਕਤ ਹੈ, ਜਾਸ ਹੈ, ਉਹ ਆ ਕੇ ਮਹਾਤਮਾ ਦੀ ਸੰਗਤ 'ਚ ਰਹਿੰਦੇ ਆ। ਦਿਨ ਰਾਤ ਉਹਦੇ ਨਾਮ ਨੂੰ ਧਿਆਉਂਦੇ ਆ, ਆਪਣੇ ਮਨੁੱਖ ਰੰਗਣ 'ਚ ਰੰਗਦੇ। ਆਉਣਾ ਉਸੇ ਜਾਂਦਾ ਸਫਲਿਆ ਜਿਹਨੇ ਆਪਣੇ ਆਪ ਨੂੰ ਨਾਮ ਦੀ ਰੰਗਣ 'ਚ ਰੰਗ ਲਿਆ। ਬਹੁਤੀ ਦੁਨੀਆ ਨਾਮ ਦੀਆਂ ਗੱਲਾਂ ਕਰਦੀ ਹੈ, ਪਰ ਕਮਾਈ ਵਾਲੇ ਜਿਹੜੇ ਆ ਉਹ ਬਰਕਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ 'ਤੇ ਉਹਦੀ ਦਇਆ ਹੁੰਦੀ ਹੈ, ਵਿਧਾਤੇ ਦੀ। ਉਹਨਾਂ ਦਾ ਆਉਣਾ ਸਫਲਿਆ। ਫਿਰ ਉਹ ਦੁਨੀਆ 'ਚ ਨਹੀਂ ਆਉਂਦੇ, ਉਹ ਪ੍ਰਭੂ ਦਾ ਪਹਿਲਾਂ ਸਾਖਿਆਤ ਦਰਸ਼ਨ ਵੀ ਕਰਦੇ ਆ, ਸਰਗੁਣ ਸਰੂਪ ਦਾ। ਫਿਰ ਨਿਰਗੁਣ ਵਿੱਚ ਅਭੇਦਤਾ ਵੀ ਆ ਜਾਂਦੀ ਹੈ, ਜਿਵੇਂ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਨੂੰ ਦਰਸ਼ਨ ਵੀ ਹੋਇਆ, ਅਭੇਦਤਾ ਵੀ ਦਿੱਤੀ ਹੈ। ਇਸ ਤਰ੍ਹਾਂ ਜਿਹਨਾਂ ਮਹਾਂਪੁਰਖਾਂ ਦੇ ਇਹ ਦਿਨ ਯਾਦਾਂ ਮਨਾਉਂਦੇ। ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣਨੇ। ਜਿਨ ਹਰ ਨਾਮ ਸੁਣਿਆ ਮਨ ਪੀਨਾ, ਤਿਨ ਹਮ ਸੇਵੈ ਨਿਤ ਚਰਣੇ। ਜਗ ਜੀਵਨ ਹਰ ਧਿਆਏ ਤਰਣੇ, ਅਨੇਕ ਅਸੰਖ ਨਾਮ ਹਰ ਤੇਰੇ। ਨਾਮ ਹਰ ਤੇਰੇ ਔਰ ਨਾ ਜਾਹੀ ਜਿਹਵਾਤ ਗਣਨੇ। ਅਨੇਕਾਂ ਅਸੰਖ ਨਾਮ ਆ ਤੇਰੇ, ਅਨੇਕ ਅਸੰਖ ਨਾਮ ਹਰ ਤੇਰੇ, ਨਾ ਜਾਈ ਜਿਹਵਾ ਇਤ ਗਣਨੇ। ਇਹ ਗਿਣੇ ਨਹੀਂ ਜਾਂਦੇ। ਰਹਾਓ ਗੁਰਸਿੱਖ ਬੋਲੋ ਹਰ ਗਾਵੋ, ਲੈ ਗੁਰਮਤ ਹਰ ਜਪਣੇ। ਜੋ ਉਪਦੇਸ਼ ਸੁਣੇ ਗੁਰ ਕੇਰਾ, ਸੋਜਨ ਪਾਵੇ ਹਰ ਸੁਖ ਕਣੇ। ਕਣੇ ਮੈਨੇ ਗਾੜੇ। ਔਰ ਫਿਰ ਧੰਨ ਸੋ ਬੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ, ਜੈਨ ਜਨ ਜਣੇ। ਉਹਨਾਂ ਦੀ ਬੰਸ ਵੀ ਧੰਨਤਾ ਯੋਗ ਹੈ, ਉਹਨਾਂ ਦੇ ਪਿਤਾ, ਉਹਨਾਂ ਦੀ ਮਾਤਾ ਵੀ, ਜਿਨ੍ਹਾਂ ਨੇ ਉਹਨਾਂ ਬ੍ਰਹਮ ਗਿਆਨੀ ਮਹਾਤਮਾ ਨੂੰ ਜਨਮ ਦਿੱਤਾ। ਜਿਨ ਸਾਸ ਗਰਾਸ ਧਿਆਇਆ ਮੇਰਾ ਹਰ, ਸੇ ਸਾਚੇ ਹਰ ਦਰਗਹਿ ਹਰ ਜਨ ਬਣੇ। ਹਰ ਹਰ ਅਗਮ ਨਾਮ ਹਰ ਤੇਰੇ, ਵਿੱਚ ਭਗਤਾਂ ਹਰ ਧਰਣੇ। ਨਾਨਕ ਜਨ ਪਾਇਆ ਮਤ ਗੁਰਮਤ, ਔਰ ਜਪ ਹਰ ਹਰ ਪਾਰ ਪਵਣੇ। ਅਰਥ ਸਿਖਿਆ ਨਹੀਂ ਹੈ, ਸਹਿਜ ਕਿਰਤੀ 'ਚ ਵੀ ਉਹ ਲੱਛਣ ਦੱਸੇ ਹੈ। ਮੰਤਰੰ ਰਾਮ ਰਾਮ ਨਾਮੰ, ਧਿਆਨੰ ਸਰਵਤਰ ਪੂਰਨ। ਰਮੇ ਹੋਏ ਰਾਮ ਦਾ ਨਾਮ ਰੂਪੀ ਮੰਤਰ ਜਪਦੇ ਹੈ। ਧਿਆਨ ਕੀ ਕਰਦੇ ਆ ਕਿ ਸਰਵਤਰ ਸਾਰਿਆਂ 'ਚ ਆਪਣੀ ਆਤਮਾ ਨੂੰ ਦੇਖਦੇ ਆ। ਗਿਆਨ ਸਮ ਦੁੱਖ ਸੁੱਖ, ਦੁੱਖ ਆ ਜਾਏ ਸੁੱਖ ਆ ਜਾਏ, ਉਹਨਾਂ ਦਾ ਗਿਆਨ ਸਮਾਨ ਰਹਿੰਦਾ, ਡੋਲਦੇ ਨੇ। ਜੁਗਤ ਨਿਰਮਲ ਨਿਰਵੈਰਨ, ਉਹਨਾਂ ਦੀ ਜੁਗਤੀ ਮਰਜ਼ਾਦਾ ਬੜੀ ਪਵਿੱਤਰ ਹੈ ਅਤੇ ਵੈਰ ਤੋਂ ਰਹਿਤ ਰਹਿੰਦੇ। ਦਿਆਲੰਗ ਸਰਵਤਰ ਜੀਆ, ਸਾਰੇ ਜੀਆਂ 'ਤੇ ਦਇਆ ਕਰਦੇ। ਪੰਜ ਦੋਖ ਵਰਤੇ, ਪੰਜ ਜਿਹੜੇ ਦੋ ਕਾਮ ਕ੍ਰੋਧ ਹੰਕਾਰ, ਇਹਨਾਂ ਤੋਂ ਰਹਿਤ ਰਹਿੰਦੇ ਔਰ ਲੋਕਾਂ ਨੂੰ ਰਹਿਤ ਹੋਣ ਦਾ ਉਪਦੇਸ਼ ਦਿੰਦੇ। ਭੋਜਨੰ ਗੋਪਾਲ ਕੀਰਤਨੰ, ਆਲਪ ਮਾਇਆ ਜਲ ਕਮਲ ਰਹਿਤ। ਪਰਮੇਸ਼ਰ ਗੋ ਪਿਰਥਵੀ ਦਾ ਫਾਲ ਪਾਲਕ ਪਰਮੇਸ਼ਰ, ਉਹਦਾ ਜਾਸ ਕਰਨਾ, ਇਹ ਉਹਨਾਂ ਦੀ ਆਪਣੇ ਮਾਨਸਿਕ ਆਤਮਿਕ ਖੁਰਾਕ ਹੈ। ਸਰੀਰਕ ਖੁਰਾਕ ਤੇ ਹੈ ਹੀ, ਉਹ ਵੀ ਉਹਨੀ ਦੁਨੀਆ ਥੋੜ੍ਹੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ। ਆਲਪ ਮਾਇਆ ਜਲ ਕਮਲ ਰਹਿਤ, ਔਰ ਮਾਇਆ ਦੇ ਵਿੱਚ ਨਿਰਲੇਪ ਰਹਿੰਦੇ ਆ, ਜਿਵੇਂ ਪਾਣੀ ਦੇ ਵਿੱਚ ਕਵਲ ਰਹਿੰਦਾ। ਉਪਦੇਸੰ ਸਮ ਮਿੱਤਰ ਸੱਤਰ ਭਗਵੰਤ ਭਗਤ ਭਾਵਨੀ। ਚਾਹੇ ਮਿੱਤਰ ਆ ਜਾਏ, ਬੈਰੀ ਆ ਜਾਏ, ਉਹਨਾਂ ਨੂੰ ਸਮਾਨ ਦ੍ਰਿਸ਼ਟੀ ਨਾਲ ਉਪਦੇਸ਼ ਦਿੰਦੇ ਆ। ਔਰ ਭਗਵੰਤ ਦੀ ਜਿਹੜੀ ਭਗਤੀ ਦੇ ਭਾਵਨਾ ਉਹਨਾਂ 'ਚ ਬਣੀ ਰਹਿੰਦੀ ਹੈ ਅਤੇ ਲੋਕਾਂ ਵਿੱਚ ਬਣਾਉਂਦੇ ਆ ਕਿ ਉਹਨੂੰ ਨਿਸ਼ਰਦਕ ਨਹੀਂ ਕਰਦੇ। ਪਰ ਨਿੰਦਾ ਨਹੀਂ ਸਰੋਤ ਸਰਵਨ, ਪਰਾਈ ਨਿੰਦਿਆ ਉਹ ਕੰਨਾਂ ਨੂੰ ਸੁਣਦੇ ਨਹੀਂ। ਆਪ ਤਿਆਗ ਸਗਲ ਰੇਣ ਕਹਿ, ਆਪਾ ਭਾਵ ਤਿਆਗ ਕੇ ਸਾਰਿਆਂ ਦੀ ਰੇਣ ਧੂੜੀ ਬਣ ਕੇ ਰਹਿੰਦੇ। ਇੰਨੀ ਨਿਮਰਤਾ ਹੁੰਦੀ। ਖਟ ਲਖਣ ਪੂਰਨੰ ਪੁਰਖ ਹੈ, ਨਾਨਕ ਸਾਧ ਸਜਣ। ਇਹ 6 ਲੱਛਣ ਪੂਰਨ ਪੁਰਖਾਂ 'ਚ ਆ, ਜਿਹੜੇ ਸਾਧੂ ਸੱਜਣ ਹੈਗੇ ਆ। ਇਹ ਲੱਛਣ ਦੱਸੇ ਆ ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣੀਆਂ ਰਚਨਾਵਾਂ ਵਿੱਚ
महापुरखों बारे ऐसा लिखा, सोबते सा हासले ही जिंदगी अस्त, जिंदगी ही बंदगी अस्त। कहते ਜਿਹੜੇ ਉਹਨਾਂ महात्मा जन की संगत करने ना इनू अपने जीवन का पूरा लाभ मनोरथ मिलता। जीवन का की फल आ मनुष्य जन्म का, ਇਹਦਾ फल मूल भगती है, परमेश्वर की प्रेमा भगती नूं धारना। ये जीवन का मूल तत्व है। परमेश्वर ते श्रद्धा रखनी, भगती करनी, सारे विश्व नूं उहदा रूप जानना। गर तुम्हें ख्वाही कि मरदे हक, और आरफेऊ कामले मुतल्लक। कहते जे तू चाहना कि हरी का बंदा बन जा, परमेश्वर नूं पूरी तरह जानने वाला बन जाए, तो फिर की है, गर तुम्हें ख्वाही के मरदे हक छवि, आरफे कामले मुतल्लक छवि। ये तेरे मन च इच्छा कि मैं सही बंदा बन जा, क्योंकि बंदा जड़ा वो इंसानों तो कई बारी हवान बन जाता। उहदे अंदर किस तरह पशु बिरतियाँ आके बढ़ जानियां, वो नादर शाबदाली मूँ हलाकू बन जाता। जे तू सही बंदा बनना चाहना, बंदा सो जो बंदगी गए बंदे बंदगी एक तियार, साहिब रोस धरे के प्यार। जे तू परमात्मा नूं जानने वाला बनता, वह ज्ञान प्राप्त करना चाहना, ई हमें के साहिबे या आमदन अस बराए शोहते सा आमद। आमदन कहते जड़ा भी कोई प्राणी, कोई इंसान इस संसार च आया, वो काहदे वास्ते आया? वो पवित्र संतां दी, महापुरखों की संगत वास्ते आया। क्योंकि संत सहाय राम के कर कृपा दिया, कर कृपा दिए मिलाए। संत सहाय राम के कर कृपा, क्योंकि महापुरखों की हम चोरां की संगत बैठोगे तो चोरी की आदत पै जाएगी, नशाइयां की संगत करोगे तो नशा आ जाएगा, फिर राजनीतिकों को बैठोगे राजनीति के तत्त मिल जाएंगे। जिहो जिहा कोई है उतो उहो जिहा मिलेगा। संत सहाय राम के कर कृपा दिया मिलाए। उन्हों की संगत बैठोगे महापुरखों की, वो परमेश्वर संबंधी, नाम संबंधी, सिमरन संबंधी, अभ्यास संबंधी और बकारां तो बचन का चंगा उपदेश देणगे। इस कर कहते असीं संसार ते महात्मा की संगत करने वास्ते आए हैं। जिंदगी ये शां के फैज़े शोभत अस्त, शोभते शां और आयते पुर रहमत अस्त। कहते जीवन का लाभ की है? जीवन का ये पुण्य फल है कि महात्मा की, गुरमुखां की संगत च रहना। उन्हां दी संगत दे नाल तैनूं परमेश्वर की प्राप्ति होएगी और परमात्मा की कृपा का तू पात्र अधिकारी बन जाएगा। हर कसेरा सोभते शां वायदा तां ये दिल हक दे बेकुशायदम। कहते जड़ा भी महापुरखों की संगत करदा, उहदे हिरदे विच शुभ गुणा के मोतियां का हार खुल जाता। भाव है कि उन्होंने पुरुषों नूं आत्म ज्ञान की जिहड़ी दात है वो प्राप्त हो जाती है। सो इस वास्ते संगत करिए साध की बंदियों करे खुदा, लोहा कंचन होता है पारस संग मलाए। जिमें पारस की संगत नाल लोहा सोना बनता, पर पारस नहीं बनता। पारस में और संत में बड़ो अंतर हो जान, वह लोहा कंचन करे वह करे आप समान। क्योंकि सरवर तरवर संत जन चौथा बादल में पर उपकारण कारण चौहां धारी दे। ਹੁਣ ਸਰਵਰ ਸਰੋਵਰ ਆ ਜਾਂ ਸਮੁੰਦਰ ਨੂੰ ਆਪਣੇ ਪਾਣੀ ਦਾ ਕੀ ਲਾਭ ਹੈ? ਦੂਜਿਆਂ ਨੂੰ ਦਰਖਤ ਆ
ਉਹਦੀ ਛਾਂ ਲੱਕੜ ਫਲ ਉਹ ਦੁਇਆਂ ਵਾਸਤੇ, ਬੱਦਲਾਂ ਦਾ ਮੀਂਹ ਆ ਉਹ ਵੀ ਦੁਇਆਂ ਵਾਸਤੇ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਸੰਤ ਜਨ ਉਹਨਾਂ ਦਾ ਜੀਵਨ ਦੁਇਆਂ ਤੇ ਪਰਉਪਕਾਰ ਵਾਸਤੇ ਹੈ। ਬਾਕੀ ਸੰਸਾਰ ਜਿਹੜਾ ਉਹ ਆਪੋ ਆਪਣੇ ਸਵਾਰਥਾਂ ਵਿੱਚ ਹੈ। ਜਿਹੜੇ ਮਹਾਂਪੁਰਖ ਆ ਉਹਨਾਂ ਦਾ ਪਰਮਾਰਥੀ ਜੀਵਨ ਆ, ਉਹ ਪਰਮਾਰਥ ਦੀ ਸਿੱਖਿਆ ਦਿੰਦੇ ਆ। ਜਿਹੜੇ ਸੰਗਤ ਕਰਦੇ ਆ ਉਹਨਾਂ ਵਿੱਚ ਵੀ ਉਹ ਗੁਣ ਸਾਧ ਸੰਗਤ ਜੀ ਭਰ ਦਿੰਦੇ ਆ। ਅੱਜ ਅਸੀਂ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲਿਆਂ ਦੀ ਬਰਸੀ ਦੇ ਸੰਬੰਧ ਵਿੱਚ ਵਿਚਾਰ ਕਰ ਰਹੇ ਹਾਂ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਬਾਰੇ ਔਰ ਮਹਾਰਾਜ ਜੋਤੀ ਜੋਤ ਸਮਾਉਣ ਬਾਰੇ ਤਕਰੀਬਨ ਸਾਰੇ ਚੈਨਲਾਂ ਨੇ ਕਾਫੀ ਰਿਕਾਰਡਿੰਗ ਕੀਤੀ ਹੈ। ਸੋ ਇਸ ਵਾਸਤੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਜੋ ਬਜ਼ੁਰਗ ਪਹਿਲੇ ਕੁਝ ਪੁਸਤਕ ਹੋਏ ਹੈ, ਦੀਵਾਨ ਆਨੰਦ ਚੰਦ ਦਾ ਤੁਸੀਂ ਨਾਮ ਸੁਣਿਆ ਹੋਣਾ, ਜੋ ਪੌਂਟੇ ਸਾਹਿਬ ਦੇ ਭਗਾਣੀ ਦੇ ਯੁੱਧ ਵਿੱਚ ਬੜੀ ਸੂਰਵੀਰਤਾ ਦੇ ਨਾਲ ਜੂਝੇ ਹੈ। ਭਾਈ ਕੀ ਡਰੋਲੀ ਔਰ ਉਹਨਾਂ ਦੇ ਪਰਿਵਾਰ ਵਿੱਚ ਫਿਰ ਬਾਬਾ ਕੁੰਮਾ ਸਿੰਘ ਜੀ ਹੋਏ ਹੈ। ਉਹ 10ਵੇਂ ਪਾਤਸ਼ਾਹ ਦੇ ਲਾਂਗਰੀ ਸਿੰਘ ਸੀਗੇ। ਮਹਾਰਾਜ ਉਹਨਾਂ ਦੀ ਸੇਵਾ ਤੇ ਬਹੁਤ ਪ੍ਰਸੰਨ ਹੋਏ। ਹੁਕਮ ਕੀਤਾ ਕਿ ਕੁੰਮਾ ਸਿੰਘ ਜੀ ਤੁਸੀਂ ਆਪਣੇ ਨਾਂ ਤੇ ਪਿੰਡ ਦੀ ਮੋਹੜੀ ਕੱਢ ਲਓ। ਉਹ ਫਿਰ ਮਾਲਪੁਰ ਦੇ ਇਲਾਕੇ 'ਚ ਹੁਸ਼ਿਆਰਪੁਰ ਉਹਨਾਂ ਨੇ ਮੋਹੜੀ ਕੱਢੀ, ਕਿਉਂਕਿ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਂਗਰੀ ਸੀਗੇ। ਉਹਨੇ ਉਹ ਪਿੰਡ ਦਾ ਨਾਂ ਹੀ ਲੰਗੇਰੀ ਰੱਖਿਆ, ਤਾਂ ਉਹ ਪਿੰਡ ਦਾ ਨਾਂ ਲੰਗੇਰੀ ਹੈ। ਫਿਰ ਇਸੇ ਅੰਸ਼ ਬੰਸ ਵਿੱਚ ਬਾਬਾ ਨਰੈਣ ਸਿੰਘ ਜੀ ਹੋਏ ਹੈ। ਉਹਨਾਂ ਦੇ ਘਰੋਂ ਮਾਤਾ ਜੀ ਰਾਜ ਕੌਰ ਜੀ ਸੀਗੇ। ਉਹਨਾਂ ਦੇ ਫਿਰ ਸਮੇਂ ਨਾਲ 7 ਲੜਕੀਆਂ ਦਾ ਸਾਧ ਸੰਗਤ ਜੀ ਜਨਮ ਹੋਇਆ, 7 ਬੱਚੀਆਂ ਮਿਲੀਆਂ। ਪਰ ਗ੍ਰਸਤੀ ਜੀਵਨ 'ਚ ਜਿਵੇਂ ਆਪਣੇ ਦੇਸ਼ ਵਿੱਚ ਹੈ ਕਿ ਪੁੱਤਰ ਨਿਸ਼ਾਨ ਹੈ, ਮਹਾਰਾਜ ਦੇ ਵੀ ਵਚਨ ਹਨ, ਉਹ ਭਾਵਨਾ ਚੱਲਦੀ ਰਹੀ। ਇੱਕ ਸਮੇਂ ਮਾਤਾ ਜੀ ਦੂਸਰੀਆਂ ਮਾਤਾਵਾਂ ਦੇ ਨਾਲ ਕਿਤੇ ਰਿਸ਼ਤੇਦਾਰੀ 'ਚ ਮਕਾਨ ਦੇਣ ਵਾਸਤੇ ਗਏ ਤੇ ਹੁਸ਼ਿਆਰਪੁਰ ਜਲੰਧਰ ਰੋਡ ਤੇ ਕਠਾਰ ਦੇ ਨੇੜੇ ਮੰਡੇਰਾ ਪਿੰਡ ਹੈ। ਉੱਥੇ ਬੜੇ ਬੀਤਰਾਗ ਮਹਾਂਪੁਰਖ ਸੀਗੇ। ਬੀਤਰਾਗ ਵਿਸ਼ਿਆ ਵਾ ਚਿਤਮ, ਜਿਨ੍ਹਾਂ ਦੇ ਹਿਰਦੇ 'ਚੋਂ ਰਾਗ ਮੋਹ ਬੀਤ ਗਿਆ, ਖਤਮ ਹੋ ਗਿਆ। ਜਿਹਨੇ ਆਪਣੇ ਚਿੱਤ 'ਚੋਂ 5 ਵਿਕਾਰਾਂ ਨੂੰ ਜਿੱਤ ਲਿਆ, ਉਹੀ ਪੂਰਨ ਮਹਾਂਪੁਰਖ ਹੁੰਦੇ ਆ। ਉਹ ਕੁਦਰਤੀ ਜਾ ਰਹੇ ਸੀ, ਉਦਾਸੀ ਮਹਾਤਮਾ ਸੀਗੇ। ਬਾਬਾ ਸ੍ਰੀ ਚੰਦ ਜੀ ਦੇ 4 ਧੂਣੇ ਆ, ਇੱਕ ਧੂਣਾ ਹੁਸ਼ਿਆਰਪੁਰ ਬਹਾਦਰਪੁਰ ਹੈ। ਉਸ ਸਥਾਨ ਦੇ ਉਹ ਸੇਵਾਦਾਰ ਸੀਗੇ, ਬੜੇ ਕਮਾਈ ਵਾਲੇ ਮਹਾਂਪੁਰਖ ਸੀਗੇ। ਉਹ ਸਾਹਿਬਨ ਜਾ ਰਹੇ ਸੀ, ਵਿੱਚੋਂ ਕਿਸੇ ਮਾਤਾ ਨੇ ਬਚਨ ਕੀਤੇ ਕਿ ਮਹਾਂਪੁਰਖ ਜਾ ਰਹੇ ਹੈ, ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਮਹਾਂਪੁਰਖਾਂ ਦੇ ਬੜੇ ਸਥਾਨ ਆ, ਬੜੇ ਬੰਦਗੀ ਵਾਲੇ ਮਹਾਂਪੁਰਖ ਹੋਏ ਆ। ਸੋ ਉਹ ਸੰਤਾਂ ਦੀ ਮਾਤਾ ਨੇ ਕਿਹਾ ਵੀ ਬੜੇ ਸਾਧੂ ਦੇਖੇ ਆ, ਸਾਨੂੰ ਤਾਂ ਕਿਤੋਂ ਵੀ ਝੋਲੀ ਖੈਰ ਨਹੀਂ ਪਈ, ਪੁੱਤਰ ਦੀ ਦਾਤ ਦਾ ਵਰ ਪ੍ਰਾਪਤ ਨਹੀਂ ਹੋਇਆ। ਉਹ ਮਹਾਂਪੁਰਖ ਜਾਣੇ ਜਾਣ ਸੀ, ਬਚਨ ਵੀ ਸੁਣਿਆ। ਕਹਿਣ ਲੱਗੇ ਦੇਵੀ, ਮਨ ਵਿੱਚ ਘਬਰਾਉਣਾ ਨਹੀਂ ਚਾਹੀਦਾ, ਹੌਸਲਾ ਨਹੀਂ ਤਿਆਗਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ 'ਚ ਕਮੀ ਨਹੀਂ। ਜਾਓ, ਤੁਹਾਡੇ 3 ਪੁੱਤਰ ਹੋਣਗੇ, ਉਹਨਾਂ 'ਚ ਇੱਕ ਸਾਡਾ ਹੋਵੇਗਾ। ਭਾਵ 2 ਗ੍ਰਸਤੀ ਜੀਵਨ ਵਾਲੇ, 1 ਸੰਤ ਹੋਵੇਗਾ। ਵੱਡੇ ਫਿਰ ਸਰਦਾਰ ਅਛਰ ਸਿੰਘ ਜੀ ਜਮਾਦਾਰ ਸਾਹਿਬ, ਉਹ ਰਾਸ਼ਟਰ ਵਿੱਚ ਫੌਜ ਦੀ ਸੇਵਾ 'ਚ ਰਹੇ ਹੈ। ਮੰਝਲੇ ਫਿਰ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ
महाराज हरखोवाल वाले, उन्होंने तो छोटे बाबू दया सिंह जी, जिन्हों की सारी जिंदगी देश की आज़ादी पोलीटिकल विच बीती है। महापुरख जदों साध संगत जी उन्होंने 21 विसाख 3 मई 1899 में पिता सरदार नारायण सिंह जी, माता राज कौर जी के गृह विखे जन्म होया। गुरुद्वारा साहब गुरु ग्रंथ साहब तो उन्होंने भाग लैके प्रसाद करके अरदास करके नाम रखा शब्द जह जह पेखो तैं हजूर जे अखर दे उत्ते, जो मर्यादा गुरु कर दे। फिर उन्होंने छोटी उम्र से ही अंबर की दात प्राप्त की और उन्होंने दिनों जिन्ना पिंडा विद्या का साधन से स्कूली विद्या ते नगर के ग्रंथी सिंह तो संथ्या पंथ्या परमार्थी विद्या। फिर वो 1907 के 35 सिख राजमेंट के भर्ती हो गया, क्योंकि महापुरखों का कद 6 फुट 2 इंच लंबा सी। फिर उन्होंने पलटन समय के नाल पोती मरदान चल गई, पिशावर के इलाके। पोती एक नगर आ मरदान फौज की छावनी है। उत्थे धन धन बाबा आया सिंह जी महापुरख उस वेले मौजूद सी। धन धन बाबा करम सिंह जी पोती मरदान वाले, जिन्हों के नाम तो कौन नवाक होया सारे जानते हैं, जिहड़े सिख राज विच महाराजा रणजीत सिंह तो बाद 1844 विच सिख राज विच गाइड पलटन विच भर्ती हुए सी। और जदों फिर ये कंट्रोल हो गया साध संगत जी, क्योंकि महाराजा रणजीत सिंह 1839 विच स्वर्गवास हो गए, तो फिर 4 सिखां दी लड़ाइयां हुईयां ते कुछ व्यक्तियों की गदारी नाल खालसा राज चले गया। ये फिर सारिया पलटना भी अंग्रेजी सरकार विच। फिर 1857 का गदर, उत्थे भी महापुरख बलतान तो चले है। तो ये जिन्ना सफर है तय किया, वो गदर विच अंग्रेज़ों ने अपना दबदबा बनाने वास्ते फौजियों लुट खसुट की आग्ञा की। पर महापुरख उत्थे भी कबीर लूटना है तो लूट लै, राम नाम है लूट। गौ गरीब धी पिंड की इज्जत की रक्षा करते रहे। तो उत्थे फिर एक महापुरख सी, उन्होंने पेचिस की बीमारी सी। बाबा जी हौलदारी रैंक ते सीगे। उत्थे गए, वो कहन लगे फौजीओ मैं तुहाडी सेवा करनी चाहता सी। महापुरख कहते कोई नहीं, तुहाडा सी रोगी है। कहते चंगा फिर अगले जन्म कर लो। वो शरीर त्याग गए तो वो फिर शामों जी तो मामों जी वो काठ रंग का इलाका है, उस इलाके बाबा आया सिंह जी का जन्म होया। वो बीमार रहंदे सी। फिर बाबा जी के चरणों च उत्थे पोती डेरे लियाए, सेवा करते रहे, राजी हो गए। तो घरदियां नूं हुंदा शादी हो जाए तो साध संगत जी घरे जान, बीमार हो जान, गुरु घर फिर आ जी। फिर बाबा जी कहते इहदा नाम की है? कहते इहदा नाम आया जी। कहते जिहदा नाम ही आया, हुण जाना कित्थे है? जिथे हुण असीं आ गया। उन्हां ते फिर महापुरखों की बख्शिश हुई। उत्थे फिर फौज में सूबेदार जवाला सिंह जी सन। वो महापुरखों की संगत करते सी। उन्हें कहा महाराज हुण तां असीं तुहाडे दर्शन करते हैं, जदों पंजाब साडी फौज आएगी उत्थे भी कोई पूर्ण महापुरख दसो जदी संगत करिए। उन्हें कहा दूर की जाना, तेरी पलटन पर अंगरूट आया, तेरा ही सरनामियाँ उन्होंने नाल लैके आई।
ਹੁਣ देखो महापुरखों ने देखा नहीं सुनिया नहीं अपनी अंतरजामता दे नाल जदों सूबेदार साहब जी ने कहा कहते मैं महापुरखों को कभी गया नहीं उन्होंने जानता नहीं, वो थोड़ी झिझक सी। सूबेदार जी ने महापुरखों ने दसिया, कहन लगे उन्होंने कहा तू नहीं जानता असीं तैनूं कई जन्मां तो जानते। वो जदों गए तो जिवें गुरबाणी कहा कृपा कटाख अवलोकन कीनो दास का दुख बधारियो। जदों कृपा की तीजा ज्ञान का नेत्र खोलिया फिर वो कहते मैं उन्हें पलटन त्याग देनी है। मैंने तो एवं मैं कई जन्मों तो तुहाडा शेष चले आ रहा, कहते नहीं हाले 5 साल तुहाडी सेवा हो रहा, तुहानूं फौज बड़े बड़े महापुरख मिलणगे, तुहाडे हथीं कईयां दा भला गुरसिੱਖੀ प्राप्त होएगी। फिर संत बाबा मगर सिंह जी रामगढ़ वाले, संत निरंजन सिंह जी मोही वाले, संत भगत सिंह चोले वाले, संत बाबा ध्यान सिंह चोला साहब, होर भी इस तरह संत मेहर सिंह जी नेजरां दी पटोरी, जिन्हां तो उन्होंने योग का यह अभ्यास भी किया, वो बड़े योगी सन। सो फिर जर्मन की लड़ाई भी वो गए है तो उत्थे भी उन्होंने मैडल प्राप्त किया। फिर महापुरखों की आग्या के मुताबिक 1917 उन्हें फौज त्याग के सदा लिए गुरु नानक पातशाह जी के घर की सेवा हाजिर हो गए। पोती मैदान डेरे पे खेती भी की, लंगर की सेवा, महापुरखों की हजूरी सेवा भी बख्शा लईयां। फिर संत बाबा बिशन सिंह जी नंगल खुर्द मालपुर के इलाके नंगल पिंड के संत बाबा हरनाम सिंह ज्ञान वाले होए, बड़े ब्रह्म ज्ञानी महापुरख बाबा करम सिंह साहब जी के सेवक से। उन्होंने सेवक संत बिशन सिंह, संत बाबा हरी सिंह कहारपुर वाले, जिन्होंने तख्त श्री केसगढ़ साहब की सेवा कराई है। उन्होंने महापुरखों का उत्थे होती मैदान जाना होया बाबा बिशन सिंह जी का। किते पहले काल संत बाबा ज्वाला सिंह जी तो कट्ठे पशु चारते रहे बचपन होती मैदान जो गए, उन्हें लंगर भांडे मंजन की कई दिन सेवा करते रहे। बाबा आया सिंह जी महाराज प्रसन्न हो गए, कहने लगे बिशन सिंह कोई वर मंग लो। कहते महाराज संत ज्वाला सिंह जी नूं दे दो। वो फिर महापुरखों ने कहा चंगा, फिर वो नाल लैके आ गए। फिर हुशियारपुर के इलाके अरखोवाल नाम का एक छोटा जिहा नगर है, उत्थे बड़ा जंगल चिड़ी सी, उन्हीं फिर उत्थे निवास रखिया। तो फिर संत बाबा हरनाम सिंह ज्ञान वाले, संत बाबा संपूर्ण सिंह जी बिलासपुर, बहुत विद्या पढ़ाई उन्होंने। और संत बाबा कन्हैया सिंह जी पठलावे वाले, उड़मल टांडे एक फकीर सगे लुधियाने, और बाबा आतर सिंह जी महाराज रेरू साहब वाले, जिन्हों तो संत राड़े वाले भरोसाए है, और बाबा बीरमदास जी बदौशी वाले, जिन्हों तो कार सेवा वाले बाबा गुरमुख सिंह के बाबा साधु सिंह भरोसाए हैं। और इस तरह संत बाबा सुंदर सिंह जी महाराज पिंडरां वाले महामंडलेश्वर, संत बाबा मीहा सिंह जी राजे आने वाले, और श्रीमान परिवराज का आचार्य पंडित भान सिंह जी महाराज पोखरी वाले। इस तरह बाबा जवान सिंह जी राजा संसी, संत बाबा आनंद सिंह जी कलेरां वाले, संत बाबा अतर सिंह जी महाराज मस्तून वाले, भाव संत बाबा नत्था सिंह जी बताले वाले, बाबा ईश्वर सिंह जी बताला, भाई पला जी की अंश वंश। किन्ने कुछ महापुरखों बारे दसीए, ये पावन शख्सियतां जड़ियाँ, और श्रीमान संत ज्ञानी गुरबचन सिंह जी पिंडरां वाले, ऐसियां शख्सियतां जिन्हां दा रसना दे ना आउण नाल ही रसना भी हिरदा भी पवित्र हो जाता, क्योंकि उन्होंने जीवन बाणी सत स्वरूप है, गुरबाणी बनी, ऐसे जीवन से। तो महापुरखों ने उत्थे केंद्र कायम करके धर्म प्रचार, अमृत संचार
ਨਹਿਰ ਚਲਾਈ ਗੁਰੂ ਕੇ ਲੰਗਰ ਸੰਗਤ ਪੰਗਤ। ਦੇਸਾਂ ਦਰਾਂ ਸਿੱਖੀ ਦਾ ਪ੍ਰਚਾਰ। ਉਹਨਾਂ ਦਿਨਾਂ 'ਚ ਤੀਰਥਾਂ 'ਤੇ ਲੰਗਰਾਂ ਦੀ ਬੜੀ ਕਮੀ ਹੁੰਦੀ ਸੀ ਅਤੇ ਫਿਰ ਲੰਗਰਾਂ ਦੀ ਪਰੰਪਰਾ ਸ਼ੁਰੂ ਕੀਤੀ। ਚੌਦੇ 'ਤੇ ਸ਼੍ਰੀ ਤਰਨ ਤਾਰਨ ਸਾਹਿਬ, ਅਮਾਵਸ 'ਤੇ ਅੰਮ੍ਰਿਤਸਰ ਸਾਹਿਬ ਸਵਾਇਆ ਦੀਆਂ ਟੂਟੀਆਂ। ਪੁੰਨਿਆਂ 'ਤੇ ਗੋਇੰਦਵਾਲ ਸਾਹਿਬ, ਮਹਾਰਾਜ ਦੇ ਅਵਤਾਰ ਪੁਰਬ 'ਤੇ ਨਨਕਾਣਾ ਸਾਹਿਬ, ਜੋਤੀ ਉਹ ਸਮਾਉਣ ਵਾਲੇ ਪੁਰਬ 'ਤੇ ਕਰਤਾਰਪੁਰ ਸਾਹਿਬ, ਅਤੇ ਸ਼ਹੀਦੀ ਪੁਰਬ 'ਤੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਪੁਰਬ ਲਾਹੌਰ, ਔਰ ਹਰ ਅਮਾਵਸ ਦੇ ਕਰਤਾਰਪੁਰ ਦੁਆਬੇ ਵਾਲੇ, ਦੁਸਹਿਰੇ 'ਤੇ ਚਮਕੌਰ ਸਾਹਿਬ, ਸਭਾ 'ਤੇ ਫਤਿਹਗੜ੍ਹ ਸਾਹਿਬ, ਹੋਲੇ ਮਹੱਲੇ 'ਤੇ ਸ਼੍ਰੀ ਅਨੰਦਪੁਰ ਸਾਹਿਬ, ਮਾਘੀ ਦੇ ਮੁਕਤਸਰ ਸਾਹਿਬ, ਵਿਸਾਖੀ ਦੇ ਦਮਦਮਾ ਸਾਹਿਬ, ਔਰ ਮਹਾਰਾਜ ਦੇ ਗੁਰਤਾ ਗੱਦੀ ਜੋਤੀ ਜੋਤ ਸਮਾਉਣ ਵਾਲੇ ਪੁਰਬ 'ਤੇ ਹਜ਼ੂਰ ਸਾਹਿਬ, ਔਰ ਮਹਾਰਾਜ ਦੇ ਅਵਤਾਰ ਪੁਰਬ 'ਤੇ ਪਟਨਾ ਸਾਹਿਬ। ਇਹ ਪਰੰਪਰਾ ਉਹਨਾਂ ਨੇ ਚਲਾਈ। ਉਦੋਂ ਬੜੀ ਲੰਗਰਾਂ ਦੀ ਯਾਤਰੂਆਂ ਨੂੰ ਘਾਟ ਹੁੰਦੀ ਸੀ। ਫਿਰ ਉੱਥੇ ਹਜ਼ੂਰ ਸਾਹਿਬ ਤਖ਼ਤ ਦੇ ਨੇੜੇ ਬਚੜਖਾਨਾ ਖੋਲ੍ਹਣ ਲੱਗੇ ਸੀ। ਸੰਤ ਮਹਾਂਪੁਰਖਾਂ ਨੇ ਫਿਰ ਉੱਥੇ ਕਿਰਪਾ ਕੀਤੀ, ਸੰਗਤ ਨੂੰ ਨਾਲ ਲਿਆ, ਮੋਰਚਾ ਲਾਇਆ। ਅਖੀਰੀ ਨਿਜ਼ਾਮ ਹੈਦਰਾਬਾਦ ਨੂੰ ਵੀ ਮੰਨਣਾ ਪਿਆ। ਫਿਰ ਜਦੋਂ ਬੀੜਾਂ ਦੇ ਮੰਗਲ ਬਦਲੇ ਹੋਏ, ਨਿਯਮਾਵਲੀ ਭੰਗ ਕੀਤੀ ਸੀ, ਅਤੇ ਮਹਾਂਪੁਰਖ ਸਾਰੇ ਮਹਾਂਪੁਰਖਾਂ ਦੀ ਮੀਟਿੰਗ, ਸੰਤ ਬਾਬਾ ਹਰੀ ਸਿੰਘ ਕਾਰਪੁਰ ਵਾਲੇ ਪ੍ਰਧਾਨ ਸੀ ਉਸ ਵੇਲੇ ਸੰਤ ਸਮਾਜ ਦੇ, ਸਾਰੇ ਮਹਾਂਪੁਰਖ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹ ਫੋਟੋ ਵੀ ਅੱਜ ਮਿਲਦੀ ਹੈ। ਕਈ ਸਿੰਘ ਸਾਨੂੰ ਪੁੱਛਦੇ ਆ ਕਿ ਮਹਾਰਾਜ ਇਹਨਾਂ ਦੇ ਨਾਂ ਦੱਸ ਦਿਓ ਮਹਾਂਪੁਰਖਾਂ ਦੇ। ਡਾਕਟਰ ਸਾਧੂ ਸਿੰਘ ਜੀ ਪੁੱਛਦੇ ਸੀ। ਸੋ ਇਸ ਵਾਸਤੇ ਫਿਰ ਉਹ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਜਿਹੜੇ ਸਰੂਪ ਦਰਸ਼ਨ ਕਰਦੇ ਆ, ਇਹਨਾਂ ਮਹਾਂਪੁਰਖਾਂ ਦੀ ਹਿੰਮਤ ਆ। ਨਹੀਂ ਤਾਂ ਪਹਿਲਾਂ ਮੰਗਲਾਂ ਦੀ ਸੀ, ਫਿਰ ਹੋਰ ਕਈ ਗੱਲਾਂ ਸੀਆਂ ਕਿ ਫਲਾਨੀ ਬਾਣੀ, ਫਲਾਨਾ ਸ਼ਬਦ, ਇਹ ਮਹਾਂਪੁਰਖਾਂ ਦੀ ਦੇਣ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਫਿਰ ਗੁਰਦੁਆਰਾ ਮਨੀ ਮਾਜਰਾ, ਦਸਮ ਪਾਤਸ਼ਾਹ ਸਥਾਨ, ਗੁਰਦੁਆਰਾ ਟਾਹਲੀਆਣਾ ਸਾਹਿਬ, ਅਤੇ ਮਾਤਾ ਸਾਹਿਬ ਦੇਵਾਂ ਜੀ ਦਾ ਦਮਦਮਾ ਸਾਹਿਬ, ਇਸ ਤਰ੍ਹਾਂ ਹੋਰ ਕਿੰਨੇ ਧਾਮਾਂ ਦੀ ਸੇਵਾ, ਸਾਰੀਆਂ ਗੱਲਾਂ ਗਿਣੀਆਂ ਬਹੁਤ ਹੋ ਜਾਂਦੀਆਂ, ਫਿਰ ਸਮਾਂ ਅੱਗੇ ਹੋ ਜਾਂਦਾ। ਅਖੀਰ ਬੜਾ ਲੰਬਾ ਸਮਾਂ ਜਿੰਨੀ ਉਹਨਾਂ ਨੂੰ ਹਾਰ ਬੁਲਾ ਦਿੱਤੀ। ਇੱਕ ਡਮੇਲੀ ਨਗਰ ਹੈ ਜਿੱਥੇ ਛੇਵੇਂ ਪਾਤਸ਼ਾਹ ਚਰਨ ਪਾਏ ਹੈ। ਸਤਿਗੁਰੂ ਦੇ ਪਾਵਨ ਹੱਥਾਂ ਦਾ ਥੰਮ ਸਾਹਿਬ ਮੌਜੂਦ ਹੈ ਅਤੇ ਗੁਰਦੁਆਰੇ ਦਾ ਨਾਮ ਵੀ ਥੰਮ ਸਾਹਿਬ ਹੈ। ਇਸ ਨਗਰ ਵਿੱਚ ਮਹਾਂਪੁਰਖ ਸੰਤ ਬਾਬਾ ਦਲੀਪ ਸਿੰਘ ਜੀ ਰਹਿੰਦੇ ਸੀ, ਵੈਦ ਰਾਜ, ਜਿਨ੍ਹਾਂ ਦੇ ਨਾਮ ਤੋਂ ਦੁਨੀਆ ਜਾਣੂ। ਉਹ ਇਸ ਡੇਰੇ ਦੀ ਬ੍ਰਾਂਚ ਆ, ਅਤੇ ਉੱਥੇ ਵੀ ਬੜੇ ਬੜੇ ਕੀਰਤਨੀਏ ਗੰਧਰਵ ਪੈਦਾ ਹੋਇਆ। ਸੰਤ ਬਾਬਾ ਸਰਵਣ ਸਿੰਘ ਜੀ, ਸੰਤ ਬਾਬਾ ਹਰਵੰਸ ਸਿੰਘ, ਜਿਨ੍ਹਾਂ ਨੇ ਇੱਥੇ ਵੀ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਮ 'ਤੇ ਅਸਥਾਨ ਬਣਾਇਆ ਸੀ। ਸੋ ਅੱਜ ਸੰਤ ਜੋਗਿੰਦਰ ਸਿੰਘ ਦੀ ਸੇਵਾ ਉੱਥੇ ਕਰਦੇ ਆ। ਸੋ ਸਾਧ ਸੰਗਤ ਜੀ, ਇਸ ਨਗਰ 'ਚ ਬਾਬਾ ਮਸਤ ਜੀ ਉਸ ਵੇਲੇ ਮੌਜੂਦ ਸੀ। ਇੱਥੇ ਫਿਰ ਮਹਾਂਪੁਰਖ 34-35 ਦਿਨ ਰਹੇ। ਇੱਥੇ ਉਹਨਾਂ ਨੇ ਚੋਲਾ ਬਦਲਿਆ। ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ, ਸੰਤ ਗਿਆਨੀ ਗੁਰਬਚਨ ਪਿੰਡਰਾਂ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਰਾਮਗੜ੍ਹ, ਸਾਰੀਆਂ ਸ਼ਖਸੀਅਤਾਂ ਇੱਥੇ ਆਉਂਦੀਆਂ ਰਹੀਆਂ। ਜਿਵੇਂ ਹੋਤੀ ਮਰਦਾਨ ਅਸਥਾਨ ਦੀ ਮਰਜ਼ਾਦਾ ਕਿ ਜਿੰਨੇ ਵੱਡੇ ਮਹਾਂਪੁਰਖ ਆ, ਉਹਨਾਂ ਦਾ ਜਲ ਪ੍ਰਵਾਹ ਕੀਤਾ ਜਾਂਦਾ ਕਿ ਬਾਅਦ ਵਿੱਚ ਕੋਈ ਮੜੀ ਜਾਂ ਕੋਈ ਯਾਦਗਾਰ ਨਾ ਬਣੇ। ਅਤੇ ਸੰਤ ਮਹਾਂਪੁਰਖਾਂ ਦਾ ਵੀ ਜਿੱਥੇ ਭਗੌਰ ਸਾਹਿਬ ਮਹਾਰਾਜ ਨੇ ਚੌਪਈ ਸਾਹਿਬ ਉਚਾਰੀ ਆ, ਮੇਰੀ ਗੁਰੂ ਹਾਥ ਦੇ ਰੱਛਾ, ਉਸ ਸਥਾਨ ਦੇ ਸਨਮੁਖ ਦਰਿਆ ਸਤਲੁਜ ਜਲ ਪ੍ਰਵਾਹ ਕੀਤਾ। 13 ਨਵੰਬਰ 28 ਕੱਤਕ ਦਿਨ ਬੁੱਧਵਾਰ 1957 ਵਿੱਚ ਉਹ ਸਮਾਏ ਹੈ। ਸੋ ਮਹਾਂਪੁਰਖ ਚਲੇ ਜਾਂਦੇ ਆ, ਉਹਨਾਂ ਦੇ ਕੀਤੇ ਕਾਰਨਾਮੇ ਔਰ ਸੰਗਤਾਂ ਦੇ ਕੀਤੇ ਜਿਹੜੇ ਪਰਉਪਕਾਰ ਹੈ, ਉਹ ਸਦਾ ਸਾਧ ਸੰਗਤ ਜੀ ਚੇਤੇ ਰਹਿੰਦੇ ਹੈ
क्योंकि हर हर जन दुई एक है, बेविचार कछ नाहे। जल ते उपज तरंग ज्यों, जल ही बिखै समाहे। आओ हम थोड़े मिनट शब्द की विचार सरवण करिए। भाई साहब भाई गुरदीप सिंह जी जो टकसाल के विद्यार्थी है, वो आप जी पाठ सुना रहे हैं। वाहिगुरु जी। टोडी महला पंजवा, घर पहला दो पदे। टोडी राग की बाणी है। पंजवें सतगुरु जी किरपा करते हैं। दो पदे, दो पदां का शब्द है। एक ओंकार सतगुर प्रसाद। वाहिगुरु परमेश्वर एक है। सतगुरु जी की प्रसाद किरपा नाल दी प्राप्ति हुंदी है। ते सत सरूप है जिहदा तिन्नां कलां च नास नहीं हुंदा। चित चेतन सरूप है, प्रसाद आनंद सरूप है। ये वस्तु निर्देश मंगल कीता जिहदे च इक्को एक अकाल पुरख बारे वर्णन होवे। फिर नमस्कारात्मक हुंदा, कर अंजलि पुन वड्डा है, कर डंडौत पुन वड्डा है। तीसरा भी जो गुरु महाराज नूं नमस्कार करते हैं, महाराज आशीर्वाद दिंदे है। आशीर्वाद आत्मक ये मंगलाचरण किए जाते हैं कि ग्रंथ करता नास्तिक तो नहीं, आस्तिक है। इस भ्रांति की निवृत्ति वास्ते जिन्हें भी धार्मिक पुरख है वो किसी भी कार्य की आरंभता ले मंगलाचरण करते हैं, उसका पूजन अरदास बेनती करते हैं। सतगुरु जी ने भी इस परंपरा को मुख रख के उस अकाल पुरख जी का मंगलाचरण किया है। संतान अवर न काहू जानी। ਜਿਹੜੇ ਸੰਤ ਲੋਕ ਹੁੰਦੇ ਆ ਅਵਰ ਨੇ ਹੋਰ ਦੂਸਰੇ ਦੀ ਕਨੌੜ ਨੂੰ ਨਹੀਂ ਜਾਣਦੇ ਹਨ। ਬੇਪਰਵਾਹ ਸਦਾ ਰੰਗ ਹਰ ਕੈ। ਹਰੀ ਦੇ ਰੰਗ ਵਿੱਚ ਰੰਗੇ ਹੋਣ ਕਰਕੇ ਉਹ ਮਹਾਂਪੁਰਖ ਬੜੇ ਬੇਪਰਵਾਹ ਹੁੰਦੇ। ਇੱਕ ਲਾਪਰਵਾਹ ਹੁੰਦਾ, ਉਹ ਤਾਂ ਆਮ ਦੁਨੀਆ ਲਾਪਰਵਾਹੀ ਕਰਨੀ। ਜਿਹੜੇ ਮਹਾਂਪੁਰਖ ਉਹ ਬੇਪਰਵਾਹ ਹੁੰਦੇ ਹਨ। ਜਾ ਕੋ ਪਾਖ ਸੁਆਮੀ। ਇਹ ਬੇਪਰਵਾਹ ਅਵਸਥਾ ਕਿਹਨਾਂ ਨੂੰ ਮਿਲਦੀ ਹੈ? ਜਿਨ੍ਹਾਂ ਦੇ ਪੱਖ ਤੇ ਆਪ ਨਿਰੰਕਾਰ ਪਰਮੇਸ਼ਰ ਖਲੋਂਦੇ ਆ। ਪਰਮੇਸ਼ਰ ਉਹਨਾਂ ਦਾ ਆਪ ਪਕਸ਼ ਲੈਂਦੇ ਹਨ। ਰਹਾਉ। ਵਿਸਰਾਮ ਦੇ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਊਚ ਸੰਭਾਨਾ ਠਾਕੁਰ ਤੇਰੋ। ਬੇਪਰਵਾਹੀ ਦਾ ਵਚਨਿਓ ਕਿ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ ਉਹ ਬੇਨਤੀ ਕਰਕੇ ਮਹਾਂਪੁਰਖਾਂ ਨੂੰ ਮੋਤੀ ਮਹਿਲ ਲੈ ਗਏ। ਕਿਉਂਕਿ ਰਾਜਿਆਂ ਦੇ ਕੰਮ ਹੁੰਦੇ ਆ। ਇੱਕ ਵਾਰੀ ਇੱਥੇ ਪੈਰਿਸ ਵਿੱਚ ਆਏ ਜੀ ਅਤੇ ਉਹਨਾਂ ਨੇ ਉਹ ਜੱਟਾਂ ਵਾਲਾ ਹੀ ਬਾਣਾ ਧਾਰਿਆ ਸੀ, ਧੋਤੀ ਲਾਈ, ਉਹ ਉਸ ਤਰ੍ਹਾਂ ਫਰਲਾ ਜਿਹਾ ਛੱਡਿਆ। ਉਹ ਚਲ ਗਿਆ ਜੀ। ਉਹ ਦੁਕਾਨਦਾਰ ਨੂੰ ਕਹਿੰਦੇ ਕਿੰਨੇ ਕੁ ਦਾ ਸਮਾਨ ਆ? ਹੁਣ ਦੇਖਿਆ ਵੀ ਸਿੱਧਾ 15,000 ਬੰਦਾ, ਇਹ ਕਿੱਥੋਂ ਖਰੀਦੇਗਾ? ਉਹ ਕਹਿੰਦੇ ਤੈਂ ਪੁੱਛ ਕੇ ਕੀ ਲੈਣਾ? ਕਹਿੰਦੇ ਇਹ ਨਾ ਗੱਲ ਕਰ, ਤੂੰ ਇਹ ਦੱਸ ਕਿੰਨੇ ਦਾ। ਉਹਨੇ ਕਹਿ ਦਿੱਤਾ। ਉਹਨੂੰ ਪਤਾ ਨਾ ਵੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ ਹੈ। ਉਹ ਜੀ ਸਾਰੇ ਚੁੱਕ ਲਿਆ। ਉਹ ਫਿਰ ਉੱਥੇ ਮੋਤੀ ਮਹਿਲ ਵਿੱਚ ਉਹ ਸ਼ਿੰਗਾਰਿਆ ਆਇਆ ਸੀ ਅਤੇ ਮਹਾਰਾਜ ਉਹਨਾਂ ਨੂੰ ਬੇਨਤੀ ਕਰਕੇ ਲੈ ਗਏ। ਕਿਉਂਕਿ 7 ਫੁੱਟ ਲੰਬਾ ਉਹਦਾ ਕੱਦ ਸੀ, ਬੜਾ ਜਵਾਨ, ਹਰਨ ਵਰਗੀਆਂ ਅੱਖਾਂ, ਮਹਾਰਾਜਾ ਭੁਪਿੰਦਰ ਸਿੰਘ। ਜ਼ਿਲ੍ਹੇ ਲਗਾਏ, ਕਹਿਣ ਲੱਗੇ ਸੰਤ ਜੀ ਇਸ ਮਹਿਲ ਵਿੱਚ ਮੈਂ ਜਾਂ ਜੇ ਤੁਸੀਂ ਆਏ ਆ, ਨਹੀਂ ਇੱਥੇ ਚਿੜੀ ਨਹੀਂ ਫਟਕ ਸਕਦੀ। ਅੰਤ ਮਹਾਰਾਜ ਕਹਿਣ ਲੱਗੇ, ਕਹਿੰਦੇ ਇਹ ਰਾਜਨ ਮੈਂ ਵੀ ਤੇਰੇ ਅੱਗੇ ਕੰਗਾਲ ਦੇ ਘਰ ਪਹਿਲੀ ਵਾਰੀ ਆਇਆ, ਨਹੀਂ ਤਾਂ ਮੈਂ ਵੀ ਕਦੀ ਨਾ ਸਾਇਆ। ਇਹਨਾਂ ਕਹਿ ਕੇ ਬਾਹਰ ਨਿਕਲਿਆ। ਫਿਰ ਮਗਰ ਦੌੜਾ ਜੀ, ਖਿਮਾ ਮੰਗੀ। ਭਾਵ ਫਿਓ ਜਿਹੜੇ ਹੁੰਦੇ ਆ ਮਹਾਂਪੁਰਖ ਬੇਪਰਵਾਹ ਹੁੰਦੇ ਆ। ਐਸੀ ਅਵਸਥਾ ਉਹਨਾਂ ਦੀ ਹੋਇਆ ਕਰਦੀ ਹੈ। ਊਚ ਸੰਭਾਨਾ ਠਾਕੁਰ ਤੇਰੋ। ਉਹ ਜਿਹੜਾ ਠਾਕਰ ਉਹਦੇ ਨਾਲੋਂ ਉੱਚੀ ਸ਼ਕਤੀ ਦਾ ਤਾਂ ਕੋਈ ਮਾਲਕ ਹੈ ਨਹੀਂ। ਕਿਉਂਕਿ ਜਿੰਨੀਆਂ ਵੀ ਇਹ ਪੁਰੀਆਂ ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਆ, ਇਹ ਸਾਰੀਆਂ ਹੀ ਨੀਚੇ ਹੈ ਅਤੇ ਸੱਚਖੰਡ ਸਾਰਿਆਂ ਨੂੰ ਉੱਪਰ ਹੈ। ਉਹ ਜਿਹੜਾ ਪਰਮੇਸ਼ਰ ਸਾਰਿਆਂ 'ਤੇ ਉੱਚੀ ਜਗ੍ਹਾ 'ਤੇ ਵਿਰਾਜਣ ਵਾਲਾ ਹੈ, ਉਹਦੀ ਬੰਦਗੀ ਕਰਕੇ ਉਹਦੇ ਵਿੱਚ ਉਹ ਸਮਾਨਾ ਸਮਾ ਜਾਂਦੇ ਹਨ ਤੇਰੇ ਜਿਹੜੇ ਸੇਵਕ ਹਨ। ਅਵਰ ਨਾ ਕਾਹੂ ਤਾਨੀ। ਹਾਂਜੀ, ਉਹਨਾਂ ਨੂੰ ਇੱਕ ਪਰਮੇਸ਼ਰ ਦਾ ਤਾਣ ਬਲ ਹੁੰਦਾ। ਉਹ ਦੂਸਰੇ ਦੇ ਤਾਣ ਬਲ ਦੇ ਉੱਤੇ ਕੰਮ ਨਹੀਂ ਕਰਦੇ।
ਪਰਮੇਸ਼ਰ ਦੇ ਬਲ ਦੇ ਆਸਰੇ ਦੁਨੀਆ ਤੇ ਚੱਲਦੇ ਹਨ। ਐਸੋ ਅਮਰ ਮਿਲਿਓ ਭਗਤਨ ਕਾ। ਐਸਾ ਜਿਹੜਾ ਅਮਰ ਰਹਿਣ ਵਾਲਾ ਪਰਮੇਸ਼ਰ ਹੈ ਅਤੇ ਅਮਰ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਅਤੇ ਅਮਰ ਕਰਨ ਵਾਲਾ ਖੰਡੇਵਾੜ ਦਾ ਅੰਮ੍ਰਿਤ ਆ, ਉਹਨਾਂ ਮਹਾਂਪੁਰਖਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ 'ਚੋਂ ਪ੍ਰਾਪਤ ਹੋ ਜਾਂਦਾ ਹੈ। ਰਾਜ ਰਹੇ ਰੰਗ ਗਿਆਨੀ। ਉਹ ਜਿਹੜੇ ਗਿਆਨੀ ਗਿਆਨਵਾਨ ਮਹਾਂਪੁਰਖ ਆ, ਉਹ ਪਰਮੇਸ਼ਰ ਦੇ ਪ੍ਰੇਮ ਰੂਪੀ ਰੰਗ ਦੇ ਵਿੱਚ ਸਦਾ ਵਾਸਤੇ ਰਚੇ ਮਿਚੇ ਰਹਿੰਦੇ ਹਨ, ਅਭੇਦ ਹੋ ਕੇ ਰਹਿੰਦੇ ਹਨ। ਰੋਗ ਸੋਗ ਦੁੱਖ ਜਰਾ ਮਰਾ। ਉਹਨਾਂ ਨੂੰ ਕੋਈ ਰੋਗ ਨਹੀਂ ਵਿਆਪਦਾ। ਜਰਾ ਬੁਢਾਪਾ ਤੇ ਮਰਾ ਮੌਤ ਦਾ ਜਿਹੜਾ ਡਰ ਆ, ਇਹਨਾਂ ਤੋਂ ਵੀ ਸਾਧ ਸੰਗਤ ਜੀ ਮੁਕਤ ਹੋ ਜਾਂਦੇ ਹਨ। ਐਸੀ ਕਿਉਂਕਿ ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ 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 ਜਨ ਆਇਆ, ਜਿਸ ਪਰ ਸਾਸਵ ਜਗਤ ਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਨ ਮਲਾਏ। ਸੰਤ ਬਾਬਾ ਸੁੰਦਰ ਸਿੰਘ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਮਹਾਂਪੁਰਖਾਂ ਕੋਲ ਕੋਈ ਪ੍ਰੇਮੀ ਆਇਆ ਜੀ, ਮੈਨੂੰ ਜਲੋਧਰ ਹੋ ਗਿਆ। ਮਹਾਂਪੁਰਖ ਕਹਿਣ ਲੱਗੇ, ਵਜ਼ੀਰ ਖਾਂ ਦਾ ਜਲੋਧਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹਟ ਗਿਆ ਸੀ, ਤੂੰ ਵੀ ਪੜ੍ਹਿਆ ਕਰ। ਉਹ ਕਹਿੰਦਾ ਜੀ ਬੜੀਆਂ ਸੁਖਮਣੀਆਂ ਪੜ੍ਹੀਆਂ, ਕੁਛ ਨਹੀਂ ਕਰਦੀਆਂ। ਕਹਿੰਦੇ ਮੁੜ ਕੇ ਬਚਨ ਨਹੀਂ ਬੋਲਣਾ ਅੱਜ ਤੋਂ ਬਾਅਦ। ਉਹਦਾ ਰੋਗ ਆਪਣੇ ਤੇ ਲੈ ਲਿਆ, ਉਹ ਤੰਦਰੁਸਤ ਹੋ ਗਿਆ। ਡਾਕਟਰੋਂ 8-8 ਕਿਲੋ ਪਾਣੀ ਸਰਿੰਜਾਂ ਨਾਲ ਕੱਢਣ। ਇੱਕ ਡਾਕਟਰ ਆਏ, ਉਹ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਸਤਸੰਗੀ ਸੀਗੇ। ਕਹਿਣ ਲੱਗੇ, ਸੰਤ ਜੀ ਜਦੋਂ ਮੈਂ ਡਿਊਟੀਆਂ ਲਾ ਕੇ ਦੇਖਦਾ ਤੁਹਾਨੂੰ ਕੋਈ ਹਰਕ ਸ਼ੋਗ ਨਹੀਂ ਅਤੇ ਸ਼ਬਦ ਦੀਆਂ ਹੀ ਧੁਨਕਾਰਾਂ ਆਵਾਜ਼ਾਂ ਆ ਰਹੀਆਂ। ਉਹ ਕਹਿੰਦੇ ਭਾਈ ਤੈਨੂੰ ਵੀ ਤਾਂ ਹੀ ਸੁਣਦੇ ਹਾਂ ਕਿਉਂਕਿ ਤੂੰ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ। ਗੱਜ ਕੇ ਬੋਲੋ। ਇਸ ਕਰਕੇ ਜਿਹੜੇ ਮਹਾਂਪੁਰਖ ਆ, ਬ੍ਰਹਮ ਗਿਆਨੀ ਆ, ਉਹਨਾਂ ਦੇ ਉੱਤੇ ਦੁੱਖ ਦਾ, ਜਰਾ ਬੁਢਾਪੇ ਦਾ, ਮੌਤ ਦਾ ਕੋਈ ਅਸਰ ਨਹੀਂ। ਬਾਕੀ ਜਿੰਨਾ ਸੰਸਾਰ ਹੈ, ਮੌਤ ਤੋਂ ਸਾਰਾ ਸੰਸਾਰ ਡਰ ਰਿਹਾ। ਔਰ ਉਹ ਸਾਹਿਬ ਕਬੀਰ ਸਾਹਿਬ ਕਹਿੰਦੇ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਐਸੀ ਉਹਨਾਂ ਨੂੰ ਆਨੰਦ ਦੀ ਅਵਸਥਾ ਮਿਲ ਜਾਂਦੀ ਹੈ। ਹਰ ਜਨ ਹੈ ਨਹੀਂ ਨਿਕਟਾਨੀ। ਹਰੀ ਦੇ ਜਿਹੜੇ ਜਨ ਹਨ, ਉਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਰੋਗ ਹਨ, ਉਹ ਨੇੜੇ ਨਹੀਂ ਆਉਂਦੇ ਹਨ। ਕਿਉਂਕਿ ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਵਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਪ ਗਏ ਕਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇੱਕ ਵਾਰੀ ਮੰਨੀ ਮਾਜਰੇ ਸੀ ਮਹਾਂਪੁਰਖ, ਅਤੇ ਕੈਰੋਂ ਸਾਹਿਬ ਨੂੰ ਕਿਸੇ ਨੇ ਦੱਸਿਆ ਕਿ ਸੰਤਾਂ ਦਾ ਸਰੀਰ ਢਿੱਲਾ। ਉਹ PGI ਹਸਪਤਾਲ ਦੇ ਸਾਰੇ ਡਾਕਟਰਾਂ ਦੀ ਟੀਮ ਲੈ ਕੇ ਉੱਥੇ ਪਹੁੰਚ ਗਏ। ਚੀਫ ਮਿਨਿਸਟਰ ਸੀਗੇ ਅਤੇ ਸੰਤ ਕਹਿਣ ਲੱਗੇ, ਕਿਵੇਂ? ਆਖੇ ਜੀ ਚੀਫ ਮਿਨਿਸਟਰ ਸਾਹਿਬ ਆਏ ਹੈ, ਨਾਲ ਹੀ ਡਾਕਟਰਾਂ ਦੀ ਮੰਡਲੀ ਹੈ। ਕਿਉਂ? ਕਹਿੰਦੇ ਜੀ ਕਿ ਸੰਤ ਬਿਮਾਰ ਹੈ। ਕਹਿੰਦੇ ਅੱਛਾ। ਉਹ ਜਿਹੜੇ ਆ ਗਏ, ਉਹ ਡਾਕਟਰ ਨੂੰ ਕਹਿੰਦੇ ਭਾਈ ਤੁਸੀਂ ਤੰਦਰੁਸਤ ਹੈਗੇ ਹੈ, ਸੋ ਇਸ ਵਾਸਤੇ ਉਹ ਕਹਿੰਦੇ ਮਹਾਰਾਜ ਸਾਨੂੰ ਆਗਿਆ ਹੋਈ ਹੈ ਚੀਫ ਮਿਨਿਸਟਰ ਦੀ, ਕਹਿੰਦੇ ਚੈੱਕਅਪ ਕਰ ਲਓ। ਉਹ ਲੱਗੇ ਰਹੇ। ਉਹ ਕਹਿੰਦੇ ਸਾਨੂੰ ਤਾਂ ਕੋਈ ਬਿਮਾਰੀ ਲੱਜੀ ਨਹੀਂ, ਸ਼ਬਦ ਹੀ ਸੁਣ ਰਿਹਾ। ਸੋ ਇਸ ਵਾਸਤੇ ਸ਼ਬਦ ਦੀਆਂ ਗੱਲਾਂ ਤਾਂ ਕਰਦਾ ਸਾਰਾ ਸੰਸਾਰ, ਪਰ ਸ਼ਬਦ ਸਰੂਪ ਉਹੀ ਹੁੰਦੇ ਆ ਜਿਹਨੇ ਸ਼ਬਦ ਦੀ ਕਮਾਈ ਕੀਤੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੋਗਾ, ਮੁਝ ਮੈਂ ਰਾਹ ਨਾ ਹੂੰ, ਜਾ ਵਾਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਉਹ ਲੰਬੜਦਾਰ ਇਕੱਠੇ ਹੋ ਕੇ ਆ ਗਏ ਕਿ ਮਹਾਰਾਜ ਦਸਮ ਦੁਆਰ ਕੀ ਹੁੰਦਾ? ਕਹਿੰਦੇ ਬੈਠੋ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰ ਲੈਂਦੇ ਹਾਂ। ਉਹ ਹੁਣ ਝਿੜੀ ਸੀ, ਉੱਥੇ ਆਰਗੋਵਾਲ ਬਹਿ ਗਏ। ਚਾਂਦੀ ਚਾਨਣੀ, ਇੰਨੇ ਨੂੰ ਇੱਕ ਚਿੱਟੇ ਰੰਗ ਦਾ ਸ਼ੇਰ ਆ ਕੇ ਤੇ ਉੱਥੇ ਬੈਠ ਗਿਆ। ਸੰਤ ਨੇਤਰ ਬੰਦ ਕਰਕੇ ਪਾਠ ਕਰਦੇ ਸੀ, ਉਹ ਸੁਣਦੇ ਸੀ। ਉਹ ਨਹੀਂ ਦੇਖਿਆ ਵੀ ਸ਼ੇਰ ਆ ਗਿਆ, ਸਾਡੇ ਤੇ ਹਮਲਾ ਨਾ ਕਰੇ। ਸੰਤ ਹੁਣ ਮਾਧੀ ਬੈਠੇ ਪਾਠ ਕਰਦੇ। ਉਹ ਮਲਕ ਦੇਣੀ ਦੱਬੇ ਪੈਰੀਂ ਖਿਸਕ ਗਏ। ਮੁੜ ਕੇ ਆਏ ਨਾ, ਇੱਕ ਦਿਨ ਸੰਤ ਜਾਣ ਤੇ ਤੁਰੇ ਆਉਣ। ਕਹਿੰਦੇ ਲੰਬੜਦਾਰੋ, ਤੁਸੀਂ ਦਸਮ ਦੁਆਰ ਆਨੰਦ ਬਾਜੀਆਂ ਦੀ ਗੱਲ ਪੁੱਛਦੇ ਸੀ, ਅਸੀਂ ਤਾਂ ਤੁਹਾਨੂੰ ਦੱਸਣਾ ਸੀ। ਸਮਾਂ ਬੜਾ ਇਕਾਂਤ ਸੀ ਕਿਉਂਕਿ ਹੋਰ ਸੰਗਤ ਨਹੀਂ ਸੀ, ਅਤੇ ਇਕੱਲਿਆਂ ਬਚਨ ਵੀ ਵਧੀਆ ਹੋਣੇ ਨੇ, ਪ੍ਰੈਕਟੀਕਲ ਪੂਰਾ ਕਰਾ ਦੇਣਾ ਸੀ। ਕਹਿਣ ਲੱਗੇ ਜੀ ਉੱਥੇ ਸ਼ੇਰ ਆ ਗਿਆ ਸੀ ਅਤੇ ਦੌੜਿਆ ਏ।
ਕਹਿੰਦੇ ਫਿਰ ਜੇ ਸ਼ੇਰ ਦੌੜਦਾ ਫਿਰ ਭੱਜਣ ਦਿੰਦਾ ਇਹ ਤੁਹਾਨੂੰ? ਕਹਿੰਦੇ ਗੱਲਾਂ ਤੇ ਅਨਹਦੀਆਂ ਕਰਦੇ ਆ ਤੇ ਮੌਤ ਤੋਂ ਡਰ ਲੱਗਦਾ। ਤੇ ਜੇ ਸਾਧ ਸੰਗੀ ਹਾਲੇ ਫਿਰਦੇ ਹੱਦਾਂ 'ਚ ਅਨਵਧ ਜਿਲੇ ਜਾਣਾ, ਉੱਥੇ ਤਾਂ ਫਿਰ ਸਾਰੀ ਸ੍ਰਿਸ਼ਟੀ ਵਿੱਚ ਸਭ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਬ੍ਰਹਮ ਦੀਸੈ ਬ੍ਰਹਮ ਸੁਣੀਏ, ਬ੍ਰਹਮ ਬ੍ਰਹਮ ਬਖਾਣੀਏ। ਆਤਮ ਪਸਾਰਾ ਕਰਨ ਹਾਰਾ, ਏਕ ਬਿਨਾ ਨੇ ਜਾਣੀਏ। ਇਹ ਨੇਤਰ ਹੋ ਮੇਰੇ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ, ਅਵਰ ਨਾ ਦੇਖੋ ਕੋਈ। ਇਹ ਅਵਸਥਾ ਬਣ ਜਾਏ ਫਿਰ ਜਾ ਕੇ ਗੱਲਾਂ ਹੁੰਦੀਆਂ। ਸੋ ਅੱਜ ਕੱਲ੍ਹ ਲੋਕ ਗੱਲਾਂ ਨਾਲ ਗਿਆਨ ਢੂੰਡਣਾ ਚਾਹੁੰਦੇ ਆ, ਪਰ ਗੱਲੀ ਗਿਆਨ ਨਾ ਢੂੰਢੇ। ਕਥਨਾ ਕਰੜਾ ਸਾਰ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਮਨੁੱਖ ਸੁਧਾ ਕਾਲੀਆਂ, ਬਾਹਰੋਂ ਚਿਟਵੀਆਂ। ਰੀਸਾਂ ਕਰੇ ਤਨਾੜੀਆਂ, ਜੋ ਸੇਵੈ ਦਰ ਖੜੀਆਂ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਪ੍ਰਸਾਰ ਸੰਗ ਜਿਹੜੇ ਕੀੜੇ ਕਾਮ ਕ੍ਰੋਧ ਦੇ, ਉਹਨਾਂ ਗਿਆਨਵਾਨਾਂ ਦੀ ਰੀਸ ਕੀ ਕਰ ਸਕਦੇ ਆ, ਜਿਨ੍ਹਾਂ ਨੂੰ ਪਰਮੇਸ਼ਰ ਦੇ ਘਰ 'ਚ ਐਸੀਆਂ ਬਖਸ਼ਾਂ ਸਾਧ ਪ੍ਰਾਪਤ ਹੋਣੀਆਂ। ਪਾਤਸ਼ਾਹ ਜੀ ਦੱਸਦੇ ਹਨ, ਨਿਰਭਉ ਹੋਏ ਰਹੇ ਲਿਵ ਇੱਕ। ਇੱਕ ਨਾਲ ਲਿਵ ਜੋੜ ਕੇ ਨਿਰਭਉ ਅਵਸਥੀ ਨੂੰ ਪ੍ਰਾਪਤ ਕਰਕੇ ਨਿਰਭਉ ਅਵਸਥਾ ਨੂੰ ਸੰਸਾਰ ਤੇ ਰਹਿੰਦੇ ਹਨ। ਇੱਕ ਵਾਰੀ ਫੌਜ 'ਚੋਂ ਆ ਰਹੇ ਸੀ, ਉਧਰ ਪਠਾਨਾਂ ਦਾ ਜ਼ੋਰ ਸੀ, ਸੰਤਾਂ ਕੋਲ ਸਰਬਲੋਹ ਦਾ ਗੜਵਾ ਸੀ ਉਸ ਵੇਲੇ। ਉਹ ਫਿਰ ਹਜ਼ੂਰੀਏ 'ਚ ਪਾ ਕੇ ਘੁਮਾਉਣ ਲੱਗ ਪਏ। ਉਹ ਪਠਾਨ ਕਹਿੰਦੇ ਤੂੰ ਕੌਣ ਹੈ? ਕਹਿੰਦੇ ਮੈਂ ਹਰੀ ਸਿੰਘ ਨਲੂਆ। ਕਹਿੰਦੇ ਉਹ ਤਾਂ ਮਰ ਗਿਆ। ਕਹਿੰਦੇ ਉਹਦੇ ਭਰਾ ਨਹੀਂ ਹਾਲੇ ਮਰੇ, ਉਹ ਸਾਰੇ ਜੀ ਭੱਜ ਗਏ। ਸੋ ਇਸ ਵਾਸਤੇ ਨਿਰਭਉ ਹੋ ਕੇ ਰਹਿੰਦੇ ਹਨ, ਤੇ ਕਿਉਂਕਿ ਇੱਕ ਨਾਲ ਲਿਵ ਜੋੜੀ ਹੁੰਦੀ ਹੈ। ਨਾਨਕ ਹਰ ਮਨ ਮਾਨੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਹਰੀ ਦਾ ਸਿਮਰਨ ਕਰਨ ਵਿੱਚ ਉਹਨਾਂ ਦਾ ਮਨ ਮੰਨ ਜਾਂਦਾ। ਮਨ ਮਾਨਿਆ ਤੋ ਹਰ ਜਾਣਿਆ। ਗੱਲ ਤਾਂ ਮਨ ਮੰਨਣ ਦੀ ਹੈ। ਜਿਹੜੇ ਮਨ ਮੰਨ ਗਿਆ ਬੰਦਗੀ ਦੇ ਉੱਤੇ, ਸਿਮਰਨ ਦੇ, ਅੱਜ ਸਿੱਖੀ ਦੇ ਮਨ ਨਹੀਂ ਮੰਨਦਾ, ਕੇਸ ਦਾੜੀ ਰੱਖਣ ਨੂੰ ਮਨ ਨਹੀਂ ਮੰਨਦਾ, ਤੜਕੇ ਉੱਠ ਕੇ ਨਹਾਉਣ ਨੂੰ ਮਨ ਨਹੀਂ ਮੰਨਦਾ, ਬਾਣੀ ਪੜ੍ਹਨ ਨੂੰ ਮਨ ਨਹੀਂ ਮੰਨਦਾ ਹੈ, ਅੰਮ੍ਰਿਤ ਛਕਣ ਨੂੰ ਕਹੀਏ ਕਹਿੰਦੇ ਹਾਲੇ ਮਨ ਨਹੀਂ ਮੰਨਦਾ। ਵਾੜਾ ਤਾਂ ਇਹ ਹੀ ਹੈ। ਅਤੇ ਜਦੋਂ ਮਨ ਮੰਨ ਗਿਆ ਫਿਰ ਤਾਂ ਹਰੀ ਨੂੰ ਜਾਣ ਲੈਂਦੇ ਹਨ। ਇਹ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਜ ਜੀ ਵੱਲੋਂ ਬਖਸ਼ਿਸ਼ ਹੋਏ ਸ਼੍ਰੀ ਮੁੱਖ ਵਾਕ ਦੇ ਵਿਚਾਰ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤੀ ਹੈ। ਗਿਆਨੀ ਗੁਰਦੀਪ ਸਿੰਘ ਜੀ ਨੇ